जिन्हां दे परथाए भाई गुरदास जी ने बड़ा प्यारा जिक्र किया। पंज प्याले पंज पीर छठम पीर बैठा गुर भारी, अर्जन काया पलट कै मूरत हर गोबिंद सवारी। चली पीढ़ी सोढियां रूप दिखावन बारो बारी, दल भंजन गुर सूरमा वड जोधा बहु परोपकारी। भाई गुरदास जी ने धन श्री गुरु हरगोबिंद साहब महाराज जी नूं बड़ा जोधा करके जानियागा। हुण धन श्री गुरु हरगोबिंद साहब महाराज जी नूं जे भाई गुरदास जी ने वड जोधा लिखियागा, तां जिहड़ा उन्हां दे जीवन दा बड़प्पण आ वो किस तरह दा सी, उन्हां दा जीवन पढ़िया पता लगदा। कई बार साडी सोच दे मुताबक साडी बुद्धि दे मुताबक सानू इउं जापदा भी जे गल वड्डे दी कीती है शायद इत्थे तन करके कोई घर करके वड्डा होवेगा तां उहनूं वड्डा कहा। जिवें आपां गुरु नानक साहिब दे परथाए पढ़दे ना, सब ते वड्डा सतगुरु नानक, वड्डे दा जिक्र उत्थे भी कीता वड्डा, तां वड्डा क्यों कहा उन्हां नूं? उन्हां दे विच की सरीरक तल ते कोई ज्यादा ताकत है, कोई कद काठ ज्यादा, घर करके जमीन जायदाद करके प्रॉपर्टी करके वड्डे आ? इत्थे सारियां गल्लां नूं आपां कट सकदे आ भी नहीं, मतलब वड्डे दा ही नहीं भी कोई जमीन करके कोई घर करके वड्डे ने। जमीनां जायदादां होण करके वड्डा नहीं, बंदे दी सोच ते डिपेंड हुंदा, सोच किन्नी वड्डी आ ते किन्नी छोटी आ। बंदे दे जिहड़े विचार ने, बंदे दी जिहड़ी बुद्धि आ, भावना गी शुद्ध ते अशुद्ध नूं वड्डा छोटा मन्निआगा। विचार गंदे ने, अशुद्ध भावना बंदा घटिया छोटा है, जे विचार वधिया ने तां ओह बंदा वड्डा है। इस करके भाई गुरदास जी ने निर्णय दिता भी धन श्री गुरु हरगोबिंद साहब महाराज सच मुच ओह वड्डा सी, उहदे विच वड्डिआं वाले गुण सन। ओह गुण की सी, उन्हां दा इतिहास पढ़ांगे तां सानूं जरूर पता लगेगा। धन श्री गुरु हरगोबिंद साहब महाराज जी दा जन्म 11 जून 1695 ਦੇ ਵਿੱਚ ਬਡਾਲੀ ਵਿਖੇ ਭਾਈ ਹੇਮਾ ਜੀ ਦੇ ਘਰ, ਹੇਮਾ ਜੀ ਦੀ ਹਵੇਲੀ ਵੀ ਕਹਿ ਸਕਦੇ ਆ, ਉੱਥੇ ਹੋਇਆ। ਕਿਉਂਕਿ ਆਪ ਜੀ ਨੂੰ ਪਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਚਾਰਕ ਦੌਰਿਆਂ ਤੇ ਨਿਕਲੇ ਹੋਏ ਨੇ, ਤਾਂ ਉਸ ਟਾਈਮ ਤੇ ਮਾਤਾ ਗੰਗਾ ਜੀ ਨੂੰ ਭਾਈ ਹੇਮਾ ਜੀ ਦੀ ਹਵੇਲੀ ਵਿੱਚ, ਉਹਨਾਂ ਦੇ ਘਰ ਵਿੱਚ ਛੱਡਤਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਬਡਾਲੀ ਹਮੇਲਾ ਹੇਮਾ ਜੀ ਦੇ ਘਰ ਹੋਇਆ। ਕੁੱਖ ਮਾਤਾ ਗੰਗਾ ਜੀ ਦੀ ਤੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਨੂੰ ਪਤਾ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੁਪੁੱਤਰ ਨੇ। ਵੱਡਾ ਪਿਰਥੀ ਚੰਦ ਮਹਾਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ। ਪਰ ਕੁਦਰਤੀ ਗੱਲ ਆ, ਮਨੁੱਖ ਦੀ ਜ਼ਿੰਦਗੀ 'ਚ ਨਾ ਕਈ ਵਾਰ ਐਸੀਆਂ ਗੁੰਝਲਾਂ ਆ ਜਾਂਦੀਆਂ ਨੇ, ਜਿਹੜੀਆਂ ਗੁੰਝਲਾਂ ਨੂੰ ਬੰਦਾ ਖੋਲਦਾ ਹੋਇਆ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਬੈਂਦਾ ਗਾ। ਆਪਾਂ ਵੀ ਵੇਖਦੇ ਹਾਂ ਕਈ ਵਾਰ ਕਿਸੇ ਬੰਦੇ ਦੇ ਜੀਵਨ 'ਚ ਔਂਕੜ ਆ ਜੇ ਨਾ, ਔਂਕੜ ਆਪਾਂ ਸਮਝਦੇ ਆ ਨਾ, ਮੰਨ ਲਓ ਵੀ ਕੋਈ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ, ਉਹਦੀ ਸੋਚ ਘਟੀਆ ਨਕੰਮੀ ਸੋਚ ਆ, ਉਹ ਆਪਣੇ ਆਪ ਨੂੰ ਵੀ ਬਰਬਾਦ ਕਰ ਬੈਂਦਾ ਤੇ ਦੂਜਿਆਂ ਨੂੰ ਵੀ ਬਰਬਾਦ ਕਰਦਾ। ਬੰਦੇ ਦਾ ਸੁਭਾਅ ਇੱਕ ਤੀਲੀ ਵਰਗਾ ਹੋ ਜਾਂਦਾ। ਤੀਲੀ ਆ ਨਾ, ਤੀਲੀ ਚੰਦਰੀ ਆਪ ਵੀ ਮਚ ਜਾਂਦੀ ਆ ਤੇ ਹੋਰਾਂ ਨੂੰ ਵੀ ਮਚਾ ਦਿੰਦੀ ਆ, ਉਹਦਾ ਸੁਭਾਅ ਆ। ਕਈ ਵਾਰ ਬੰਦੇ ਦੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ, ਮਨ ਦੀਆਂ ਕਮਜ਼ੋਰੀਆਂ ਬੰਦੇ ਨੂੰ ਮਚਾ ਦਿੰਦੀਆਂ ਨੇ।
ਹੁਣ ਆਪਾਂ ਇੱਥੇ ਹੀ ਕਹਿ ਸਕਦੇ ਹਾਂ ਪ੍ਰਿਥੀ ਚੰਦ ਮਨ ਕਰਕੇ ਕਮਜ਼ੋਰ ਆ। ਪ੍ਰਿਥੀ ਚੰਦ ਨੂੰ ਵੱਡਾ ਨਹੀਂ ਲਿਖਿਆ, ਸਗੋਂ ਚੰਦਰਾ ਲਿਖਿਆ। ਮਨ ਕਰਕੇ ਕਮਜ਼ੋਰ ਹੈਗਾ, ਉਹ ਤੀਲੀ ਵਰਗਾ ਹੈਗਾ, ਆਪ ਵੀ ਮੱਚ ਰਿਹਾ ਤੇ ਹੋਰਾਂ ਨੂੰ ਵੀ ਮਚਾ ਰਿਹਾ ਹੈਗਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੁਛ ਵੱਡੇ ਹੁੰਦੇ ਨੇ, ਹਰ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਆ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਵਧਾਈਆਂ ਮਿਲਦੀਆਂ ਨੇ, ਹਰ ਇੱਕ ਦਾ ਚਿਹਰਾ ਖੁਸ਼ ਹੈ, ਪਰ ਇੱਕੋ ਘਰ ਆ ਜਿਹੜਾ ਘਰ ਨਾਰਾਜ਼ ਆ, ਪ੍ਰਿਥੀ ਚੰਦ। ਪ੍ਰਿਥੀ ਚੰਦ ਦੇ ਘਰ ਵਾਲੀ ਕਰਮੋਂ ਇਹ ਨਾਰਾਜ਼ ਨੇ। ਕਿਉਂ? ਉਹ ਆਪ ਸਾਰੇ ਜਾਣਦੇ ਹੋ ਵੀ ਬੰਦਾ ਇਹ ਮਨ ਕਰਕੇ ਕਮਜ਼ੋਰ ਆ। ਮਨ ਕਰਕੇ ਕਮਜ਼ੋਰ ਬੰਦੇ ਹਮੇਸ਼ਾ ਕਿਸੇ ਦੇ ਹੋ ਰਹੇ ਸਫਲ ਕਾਰਜ ਨੂੰ ਦੇਖ ਕੇ ਨਾਰਾਜ਼ ਹੁੰਦੇ ਨੇ, ਮਨ ਕਰਕੇ। ਆਪਾਂ ਸਮਝਦੇ ਹਾਂ ਨਾ ਵੀ ਉਹਦੇ ਅੰਦਰ ਮਚੇਮਾ, ਸਾੜਾ, ਈਰਖਾ, ਵੈਰ, ਵਿਰੋਧ, ਇਹ ਮਨ ਦੀਆਂ ਕਮਜ਼ੋਰੀਆਂ ਨੇ। ਤੇ ਨਹੀਂ ਬੰਦਾ ਬੰਦੇ ਨੂੰ ਦੇਖ ਕੇ ਖੁਸ਼ ਹੋਵੇ। ਇੱਥੇ ਦੁਨੀਆ ਦੇ ਵਿੱਚੋਂ ਲੈ ਕੇ ਕੀ ਜਾਣਾਗਾ। ਕਿਸੇ ਦਾ ਮਾਲਕ ਨਾਲ ਸੰਬੰਧ ਹੈ, ਉਹਦੀ ਜ਼ਿੰਦਗੀ ਵਿੱਚ ਵਾਹਿਗੁਰੂ ਸਫਲਤਾ ਬਖਸ਼ਦਾ, ਉਹ ਸਫਲਤਾ ਨੂੰ ਵੇਖ ਕੇ ਖੁਸ਼ ਹੋਵੋ। ਸਾਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਹੀ ਇਹ ਕੀਤੀ ਆ, ਕਰ ਭਲਾ ਹੋ ਭਲਾ, ਭਲੇ ਦਾ ਅੰਤ ਭਲਾ। ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਆ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪੂਰੀ ਦੁਨੀਆ ਦੇ ਪੈਗੰਬਰ ਵੇਖ ਲੋ ਗਿਣ ਕੇ, ਆਪਾਂ ਨਿਗਾਹ ਮਾਰ ਕੇ ਵੇਖ ਲੋ, ਕਿਸੇ ਵੀ ਦੁਨੀਆ ਦੇ ਵੱਡੇ ਤੋਂ ਵੱਡੇ ਪੀਰ ਨੇ, ਵੱਡੇ ਤੋਂ ਵੱਡੇ ਭਗਵਾਨ ਨੇ। ਵੈਸੇ ਤਾਂ ਇੱਕੋ ਹੀ ਭਗਵਾਨ ਆ, ਚਲੋ ਮਿੱਥ ਦੇ ਮੁਤਾਬਕ ਵੇਖ ਲੋ ਵੀ ਬੜੇ ਭਗਵਾਨ ਹੋਏ ਨੇ। ਕਿਸੇ ਭਗਵਾਨ ਨੇ ਕਿਸੇ ਮਨੁੱਖ ਨੂੰ, ਦੁਨੀਆ ਦੇ ਲੋਕਾਂ ਨੂੰ ਇਹ ਸੰਦੇਸ਼ ਨਹੀਂ ਦਿੱਤਾ, ਇਹ ਪੈਗਾਮ ਨਹੀਂ ਦਿੱਤਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਆਪਣੀ ਕੌਮ ਨੂੰ ਦਿੱਤਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਨੇ ਸਾਡੀ ਝੋਲੀ ਦੇ ਵਿੱਚ ਪਾਇਆ, ਤੇ ਸਾਡੇ 'ਚ ਗੁਣ ਹੋਣਾ ਚਾਹੀਦਾ। ਪ੍ਰਿਥੀ ਚੰਦ ਵਾਲਾ ਔਗਣ ਨਹੀਂ ਹੋਣਾ ਚਾਹੀਦਾ। ਮੱਚਣਾ, ਸੜਨਾ, ਈਰਖਾ ਕਰਨੀ, ਇਹ ਮਨ ਦੀ ਕਮਜ਼ੋਰੀ ਆ। ਚਲੋ ਆਪਾਂ ਇਸ ਗੱਲ ਨੂੰ ਸਮਝਦੇ ਹਾਂ, ਮਨ ਕਰਕੇ ਕਮਜ਼ੋਰ ਆ। ਤੇ ਗੁਰੂ ਪਾਤਸ਼ਾਹ ਜੀ ਤਕਰੀਬਨ 95 ਦੇ ਬਾਅਦ 97, 98, 99 ਆਦਿਕ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤਸਰ ਬੁਲਾ ਲਏ ਸਨ। ਦਰਬਾਰ ਸਾਹਿਬ ਵਿਖੇ ਗੁਰੂ ਪਾਤਸ਼ਾਹ ਜੀ ਨੂੰ ਬੁਲਾ ਲਿਆ ਸੀ। ਤੇ ਆਪਾਂ ਨੂੰ ਪਤਾ ਇੱਥੇ ਪ੍ਰਿਥੀ ਚੰਦ ਦੀਆਂ ਚਾਲਾਂ ਨੇ ਉਹ ਚੱਲਣੀਆਂ ਸ਼ੁਰੂ ਹੋ ਗਈਆਂ। ਤੁਸੀਂ ਸੁਣਿਆ, ਪੜ੍ਹਿਆ ਬਹੁਤ ਵਾਰੀ ਆ, ਪਰ ਆਪਣੀ ਉਹ ਲੜੀ ਦੇ ਵਿੱਚ ਵਿਚਾਰ ਜੋ ਆ ਰਹੀ ਆ, ਉਹਦੇ ਮੁਤਾਬਕ ਆਪਾਂ ਵਿਚਾਰ ਕਰ ਰਹੇ ਹਾਂ। ਫਿਰ ਇੱਥੇ ਆਪਾਂ ਨੂੰ ਪਤਾ ਵੀ ਪ੍ਰਿਥੀ ਚੰਦ ਵੱਲੋਂ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਖਤਮ ਕਰਨ ਦੀ ਨੀਤੀ ਘੜੀ, ਸਾਜ਼ਿਸ਼ ਬਣਾਈ ਵੀ ਮੈਂ ਖਤਮ ਕਰ ਦੇਵਾਂ। ਪਰ ਪਿਆਰ ਵਾਲਿਓ, ਇਹ ਗੱਲ ਦਾ ਸਾਨੂੰ ਵੀ ਭੁਲੇਖਾ ਹੁੰਦਾ, ਸਾਡੇ ਤੇ ਕੋਈ ਕੁਛ ਕਰਾ ਨਾ ਦੇਵੇ, ਸਾਨੂੰ ਕੋਈ ਮਾਰ ਨਾ ਦੇਵੇ, ਸਾਨੂੰ ਕੋਈ ਐ ਨਾ ਕਰ ਦੇਵੇ। ਪਰ ਵਾਹਿਗੁਰੂ ਦਾ ਹੁਕਮ ਆ, ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ। ਕੋਈ ਜਿਹਦਾ ਮਾਲਕ ਰਾਖਾ ਨਾ, ਉਹਨਾਂ ਨੂੰ ਦੁਨੀਆ ਵਿੱਚ ਭਲਾ ਕੌਣ ਖਤਮ ਕਰ ਸਕਦਾ, ਜਿਹਦੇ ਤੇ ਵਾਹਿਗੁਰੂ ਦੀ ਕਿਰਪਾ। ਅੱਛਾ, ਜੇ ਮਾਲਕ ਦਾ ਹੁਕਮ ਮਰਨ ਦਾ ਹੋ ਗਿਆ, ਜਿਨਕੀ ਚੀਰੀ ਦਰਗਾਹ ਪਾਟੀ, ਤਿੰਨਾ ਮਰਨਾ ਭਾਈ ਪੱਕੀ ਗੱਲ ਆ, ਉਹ ਖਤਮ ਹੋ ਜਾਣਗੇ ਜਿਨ੍ਹਾਂ ਨੂੰ ਹੁਕਮ ਹੋ ਗਿਆ। ਹੁਣ ਪ੍ਰਿਥੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਤਮ ਕਰਨ ਦੀਆਂ, ਜਾਣੀ ਕਿ ਸਭ ਤੋਂ ਗਿਰੀ ਹੋਈ ਨੀਤ ਤੇ ਆ ਉਤਰਿਆ। ਮੈਂ 1 ਮਿੰਟ ਦੇ ਵਿੱਚ ਹੀ ਸਾਰੀਆਂ ਇਹ ਜਿਹੜੀਆਂ ਨੀਤੀਆਂ ਨੇ ਉਹਨੂੰ ਆਪਾਂ ਗਿਣ ਕੇ ਅੱਗੇ ਲੰਘ ਜਾਵਾਂਗੇ, ਕਿਉਂਕਿ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਵਿੱਚੋਂ ਆਪਾਂ ਵੇਖਣਾ। ਸਭ ਤੋਂ ਪਹਿਲਾਂ ਫੱਤੋ ਨਾਮ ਦੀ ਦਾਈ ਆ, ਉਸ ਨੂੰ ਇਸ ਨੇ ਆਪਣੇ ਵੱਲੋਂ ਉਹਨਾਂ ਟਾਈਮਾਂ ਦੇ ਵਿੱਚ 100 ਰੁਪਏ ਦਿੱਤਾ।
ਅੱਜ ਤਾਂ 100 ਰੁਪਏ ਦੀ ਕੀਮਤ ਬਹੁਤ ਥੋੜੀ ਆ, ਪਰ ਉਹਨਾਂ ਟਾਈਮਾਂ ਦੇ ਵਿੱਚ ਦੇਖ ਲਓ 100 ਰੁਪਏ ਦੀ ਕੀਮਤ ਅੰਦਾਜ਼ਾ ਲਾ ਕੇ ਦੇਖ ਲਓ ਕਿੰਨੀ ਕੁ ਹੋਊਗੀ। ਤੇ ਕਿਹਾ ਕੀ ਆ ਵੀ ਤੁਸੀਂ ਆਪਣੀ ਛਾਤੀ ਨਾਲ ਜ਼ਹਿਰ ਲਾਓ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਾ ਦੁੱਧ ਪਿਲਾਉਣ ਦੇ ਬਹਾਨੇ ਉਹਨਾਂ ਦਾ ਮੂੰਹ ਜ਼ਹਿਰ ਵਾਲੀ ਛਾਤੀ ਨਾਲ ਲਵਾਓ ਤੇ ਉਹ ਖਤਮ ਹੋ ਜਾਣਗੇ, ਬਾਅਦ ਵਿੱਚ ਵੀ ਮੈਂ ਤੈਨੂੰ ਇਨਾਮ ਦੇਵਾਂਗਾ। ਤੇ ਫੱਤੋ ਦਾਈ ਦੀ ਘਟੀਆ ਸੋਚ ਇਹ ਵੀ ਲਾਲਚ ਦੇ ਵਿੱਚ ਆ ਗਈ, ਪਰ ਉਲਟ ਹੋ ਗਈ ਕਹਾਣੀ। ਜੋ ਵਿਉਂਤ ਬਣਾਈ ਸੀ ਉਹ ਵਿਉਂਤ ਪਾਸ ਨਾ ਹੋਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਉਂ ਮੰਨ ਲਓ ਵੀ ਜਦੋਂ ਫੱਤੋ ਦਾਈ ਚੱਕ ਕੇ ਲਿਆਉਂਦੀ ਆ ਖੜਾਉਣ ਦੇ ਬਹਾਨੇ ਕਿਵੇਂ ਲਾ ਲਓ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੀਕਾਂ ਮਾਰਨ ਲੱਗ ਗਏ। ਜੋ ਇਤਿਹਾਸ ਵਰਣਨ ਕਰਦਾ, ਬੱਚੇ ਦਾ ਸੁਭਾਅ ਗਾ, ਆਪਣੀ ਮਾਂ ਤੋਂ ਦੂਰ ਚਲਾ ਗਿਆ ਤੇ ਉਹਨੇ ਕੁਦਰਤੀ ਰੌਲਾ ਪਾਉਣਾ, ਰੋਣਾਗਾ। ਮਾਂ ਨੂੰ ਪਤਾ ਲੱਗਿਆ, ਝੱਟ ਮਾਂ ਗੰਗਾ ਨੇ ਫੜ ਲਿਆ, ਨਹੀਂ ਤੇਰੇ ਕੋਲੇ ਨੇ ਰੋਣੋਂ ਨਹੀਂ ਹਟਣਾ, ਤੂੰ ਮੈਨੂੰ ਫੜਾ ਦੇ। ਪਰ ਪਾਜ ਉਗੜ ਗਿਆ, ਜ਼ਹਿਰ ਛਾਤੀ ਨੂੰ ਲੱਗੀ ਹੋਈ ਆ ਤੇ ਉਹਦੀ ਇੰਨੀ ਇਨਫੈਕਸ਼ਨ ਹੋਈ, ਫੱਤੋ ਦਾਈ ਜਿਹੜੀ ਹਰਗੋਬਿੰਦ ਸਾਹਿਬ ਨੂੰ ਪਿਰਥੀ ਚੰਦ ਦੇ ਕਹਿਣ ਤੇ ਮਾਰਨ ਗਈ ਆ, ਖੁਦ ਹੀ ਮਰ ਗਈ। ਇੱਕ ਇੱਥੇ ਵਿੱਚੋਂ ਛੋਟੀ ਜਿਹੀ ਹੋਰ ਗੱਲ, ਸਾਡੇ ਇਤਿਹਾਸ ਵਿੱਚ ਦੋ ਦਾਈਆਂ ਮਸ਼ਹੂਰ ਨੇ, ਦੋ ਦਾਈਆਂ ਜੋ ਬੱਚਿਆਂ ਨੂੰ ਜਨਮ ਦਿਵਾਉਣ ਵਾਲੀਆਂ ਜਾਂ ਬੱਚਿਆਂ ਦੀ ਬਚਪਨ ਦੇ ਵਿੱਚ ਸਾਂਭ ਸੰਭਾਲ ਕਰਨ ਵਾਲੀਆਂ। ਆਮ ਹੀ ਘਰਾਂ ਦੇ ਵਿੱਚ ਆਪਾਂ ਇਹ ਗੱਲਾਂ ਸਾਰੀਆਂ ਜਾਣਦੇ ਹਾਂ। ਇੱਕ ਦਾਈ ਨੇ ਤਾਂ ਜਸ ਬਾਹਲਾ ਖੱਟਿਆ, ਨਜਾਇਜ਼ ਖੱਟਿਆ ਜਸ। ਉਸ ਦਾਈ ਦਾ ਤਾਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ 'ਚ ਨਾਂ ਲਿਖਿਆ ਗਿਆ, ਚੰਗਿਆਂ 'ਚ ਨਾਂ ਲਿਖਿਆ ਗਿਆ, ਸਿਆਣੇ ਪੁਰਖਾਂ 'ਚ ਨਾਂ ਲਿਖਿਆ ਗਿਆ। ਉਹ ਦਾਈ ਦਾ ਨਾਮ ਆ ਦਾਈ ਦੌਲਤਾਂ। ਹੁਣ ਤਾਂ ਗੁਰੂ ਨਾਨਕ ਸਾਹਿਬ ਨੂੰ ਜਨਮ ਦਿਵਾਇਆ ਨਾ, ਸਭ ਤੋਂ ਪਹਿਲਾਂ ਜੇ ਗੁਰੂ ਨਾਨਕ ਸਾਹਿਬ ਦਾ ਸਰੀਰ ਕਿਸੇ ਸਰੀਰ ਨਾਲ ਟੱਚ ਹੋਇਆ ਤਾਂ ਉਹ ਦੌਲਤਾਂ ਦਾਈ ਦੇ ਹੱਥਾਂ ਨਾਲ ਗੁਰੂ ਨਾਨਕ ਸਾਹਿਬ ਦਾ ਸਰੀਰ ਟੱਚ ਹੁੰਦਾ। ਤੇ ਮੰਨਿਆ ਇਹ ਜਾਂਦਾ, ਲਿਖਿਆ ਮਿਲਦਾ ਵੀ ਦੌਲਤਾਂ ਦਾਈ ਅੰਨੀ ਸੀ ਤੇ ਉਹ ਸੁੰਜਾਖੀ ਹੋ ਗਈ। ਪਰ ਇਸ ਗੱਲ ਨੂੰ ਆਪਾਂ ਮੰਨਣਾ ਕਿਵੇਂ ਆ? ਉਹ ਮਨ ਕਰਕੇ ਅਗਿਆਨਤਾ ਦੀ ਨੀਂਦਰ ਵਿੱਚ ਸੀ, ਗਿਆਨ ਵਾਲੀ ਅੱਖ ਉਹਦੀ ਹੈ ਨਹੀਂ ਸੀ। ਅਗਿਆਨ ਪਣੇ ਵਾਲੀ ਉਹਦੀ ਅੱਖ ਸੀ, ਪਰ ਅਗਿਆਨ ਪਣੇ ਵਾਲੀ ਅੱਖ ਫੁੱਟ ਗਈ ਤੇ ਗਿਆਨ ਵਾਲੀ ਅੱਖ ਪੈਦਾ ਹੋ ਗਈ। ਉਹ ਦਾਈ ਨੂੰ ਗਿਆਨ ਹੋ ਗਿਆ। ਗਿਆਨ ਹੋਣ ਕਰਕੇ ਮੰਨਿਆ ਜਾਂਦਾ ਉਹ ਬਹੁਤ ਚੰਗੇ ਕਰਮਾਂ ਦੀ ਧਾਰਨੀ ਹੋ ਗਈ। ਇਦਾਂ ਦੁਨਿਆਵੀ ਤਲ ਤੇ ਆਪਾਂ ਨਹੀਂ ਮੰਨ ਸਕਦੇ, ਪਰ ਕਵੀ ਨੇ ਆਪਣੀ ਕਲਪਨਾ ਮੁਤਾਬਕ ਲਿਖਤਾ, ਉਹਨੂੰ ਆਪਾਂ ਸ਼ੁੱਧ ਰੂਪ ਦੇ ਵਿੱਚ ਵੇਖਣਾ। ਉਹਦੀ ਪਹਿਲਾਂ ਅੱਖ ਅਗਿਆਨੀਆਂ ਵਾਲੀ ਹੋਣੀ ਆ ਤੇ ਬਾਅਦ ਵਿੱਚ ਉਹ ਗਿਆਨੀ ਬਣ ਗਈ, ਸਿਆਣੀ ਬਣ ਗਈ। ਉਹਨੂੰ ਬਹੁਤ ਜ਼ਿਆਦਾ ਮਾਲਕ ਦੀ ਐਸੀ ਕਿਰਪਾ ਹੋਈ, ਬਖਸ਼ਿਸ਼ ਹੋਈ, ਅੰਦਰੋਂ ਬਾਹਰੋਂ ਪ੍ਰਕਾਸ਼ ਹੋ ਗਈ, ਗਿਆਨ ਦੇ ਨਾਲ ਭਰ ਗਈ। ਤੇ ਆ ਕੇ ਪਟਵਾਰੀ ਨੂੰ ਦੱਸਿਆਗਾ, ਮਹਿਤਾ ਕਾਲੂ ਨੂੰ, ਤੇਰੇ ਘਰ ਵਿੱਚ ਇਲਾਹੀ ਨੂਰ ਦਾ ਜਨਮ ਹੋਇਆ, ਬੱਚੇ ਦਾ ਜਨਮ ਨਹੀਂ ਹੋਇਆ। ਇਹਨੇ ਮੰਗ ਕੀਤੀ ਸੀ ਨਾ, ਕਹਿੰਦੀ ਮੈਂ ਮੂੰਹੋਂ ਮੰਗਿਆ ਨਾਮ ਲੈ ਕੇ ਜਾਊਂ ਤੇਰੇ ਘਰੋਂ, ਦੌਲਤ ਲੈ ਕੇ ਜਾਊਂਗੀ, ਕਿਉਂਕਿ ਲੋਕਾਂ ਦੇ ਘਰਾਂ 'ਚ ਮੈਂ ਜਾਨੀ ਆ, ਮਾੜਾ ਮੋਟਾ ਲੋਕ ਦਿੰਦੇ ਆ, ਚੁੱਪ ਕਰ ਜਾਂਦੇ ਆ, ਪਰ ਤੇਰੇ ਘਰ 'ਚੋਂ ਤਾਂ ਮੈਂ ਨਾ ਆਪਣੀ ਮਰਜ਼ੀ ਦੇ ਨਾਲ ਲੈ ਕੇ ਜਾਊਂ ਦੌਲਤ। ਤੇ ਜਦੋਂ ਪਟਵਾਰੀ ਕੋਲੇ ਪਹੁੰਚੀ ਆ, ਪਟਵਾਰੀ ਕਹਿੰਦਾ ਦੌਲਤ ਜਿੰਨੀ ਮਰਜ਼ੀ ਲੈ ਜਾ, ਪਰ ਉਹ ਕਹਿੰਦੀ ਮੈਂ ਸੱਚਮੁੱਚ ਅੱਜ ਦੌਲਤ ਵਾਲੀ ਹੋ ਗਈ। ਕਿਉਂ? ਮੈਨੂੰ ਆ ਤੇਰੀ ਦੁਨਿਆਵੀ ਦੌਲਤ ਦੀ ਲੋੜ ਨਹੀਂ, ਮੈਂ ਤਾਂ ਉਹ ਦੌਲਤ ਵਾਲੀ ਹੋ ਗਈ। ਰਹਿੰਦੀ ਦੁਨੀਆ ਤੱਕ ਲੋਕ ਮੇਰੇ ਘਰ ਦੇ ਵਿੱਚੋਂ ਦੌਲਤ ਪ੍ਰਾਪਤ ਕਰਨਗੇ ਤੇ ਮੇਰਾ ਕਦੇ ਖਜ਼ਾਨਾ ਨਹੀਂ ਮੁੱਕੇਗਾ। ਇਸ਼ਾਰਾ ਕੀ ਆ? ਮੈਂ ਤਾਂ ਖੁਦ ਹੀ ਗਿਆਨ ਵਾਲੀ ਹੋ ਗਈ। ਤੇ ਸੱਚਾ ਅੱਜ ਜਿੱਥੇ ਗੁਰੂ ਨਾਨਕ ਨੂੰ ਯਾਦ ਕੀਤਾ ਜਾਂਦਾ ਤੇ ਉੱਥੇ ਦੌਲਤਾਂ ਦਾਈ ਨੂੰ ਵੀ ਯਾਦ ਕੀਤਾ ਜਾਂਦਾ ਹੈਗਾ। ਇਹ ਸੱਚਮੁੱਚ ਏਦਾਂ ਦੌਲਤ ਵਾਲੀ ਬਣ ਗਈ। ਦੂਜੀ ਦਾਈ ਆ ਫੱਤੋ, ਜਿਹਦਾ ਆਪਾਂ ਹੁਣੇ ਜ਼ਿਕਰ ਕੀਤਾ ਹੈਗਾ। ਇੱਕ ਦਾਈ ਤਾਂ ਉਹ ਆ ਕਿੰਨਾ ਜਸ ਖੱਟ ਗਈ, ਇੱਕ ਤਾਂ ਉਹ ਦਾਈ ਆ ਨਾ। ਇੱਕ ਦਾਈ ਉਹ ਆ ਕਿੰਨੇ
ਮੰਦੇ ਕਰਮ ਕਰਨ ਲੱਗੀ ਆ ਤੇ ਖੁਦ ਬਦਨਾਮੀ ਖੱਟ ਕੇ ਮਰ ਗਈ। ਹਰਗੋਬਿੰਦ ਸਾਹਿਬ ਨੂੰ ਮਾਰਨ ਗਈ, ਖੁਦ ਮਰ ਗਈ, ਬਦਨਾਮੀ ਖੱਟ ਕੇ ਮਰ ਗਈ। ਤਾਈਓ ਸਾਨੂੰ ਸਾਡੇ ਗੁਰੂ ਦਾ ਉਪਦੇਸ਼ ਆ, ਬੰਦਿਆ ਮਰਨਾ ਸਭ ਨੇ ਆ, ਪਰ ਜਸ ਖੱਟ ਕੇ ਮਰੀ, ਬਦਨਾਮੀ ਖੱਟ ਕੇ ਨਾ ਮਰੀ। ਇਹ ਗੁਰੂ ਦਾ ਸਿੰਪਲ ਜਿਹਾ ਉਪਦੇਸ਼ ਆ, ਸਿੱਧਾ ਹੀ ਉਪਦੇਸ਼ ਆ। ਦੁਨੀਆ ਤੋਂ ਸਭ ਨੇ ਜਾਣਾ, ਜਾਣ ਤੋਂ ਪਹਿਲਾਂ ਜਸ ਪ੍ਰਾਪਤ ਕਰ, ਜਸ ਖੱਟ, ਜਾਣ ਤੋਂ ਪਹਿਲਾਂ ਬਦਨਾਮੀ ਨਾ ਖੱਟ। ਚਲੋ, ਇਹ ਦੋ ਦਾਈਆਂ ਦਾ ਜ਼ਿਕਰ ਸਾਡੇ ਇਤਿਹਾਸ ਵਿੱਚ ਆਉਂਦਾ। ਚੇਤੇ ਰੱਖਿਓ, ਕਦੇ ਭੁੱਲਿਓ ਨਾ, ਚੰਗੇ ਕਰਮਾਂ ਵਾਲੀ ਦੌਲਤਾਂ ਦਾਈ ਤੇ ਮਾੜੀ ਸੋਚ ਦੀ ਧਾਰਨੀ ਉਹ ਫੱਤੋ ਦਾਈ। ਫੱਤੋ ਦਾਈ ਭਾਵੇਂ 100 ਰੁਪਇਆ ਮੁੱਲ ਪਵਾ ਗਈ ਉਹਨਾਂ ਟਾਈਮਾਂ ਦੇ ਵਿੱਚ, ਪਰ ਉਹ ਸਭ ਤੋਂ ਨੰਗ ਹੈ। ਤੇ ਦੌਲਤਾਂ ਦਾਈ ਨੇ ਕਿਹਾ, ਮੈਂ ਸਭ ਕੁਝ ਤੇਰੇ ਘਰ ਵਿੱਚੋਂ ਮੂੰਹੋਂ ਮੰਗ ਕੇ ਲੈ ਕੇ ਜਾਣੀ ਆ, ਮਾਇਆ ਦੌਲਤ, ਪਰ ਉਹ ਲੈ ਕੇ ਪੰਜੀ ਵੀ ਨਹੀਂ ਗਈ, ਪਰ ਸਭ ਤੋਂ ਵੱਧ ਅਮੀਰ ਹੋ ਗਈ। ਕਿਉਂ? ਕਿਉਂਕਿ ਉਹਦਾ ਸੰਗ ਗੁਰੂ ਨਾਨਕ ਸਾਹਿਬ ਨਾਲ ਹੋ ਗਿਆ, ਉਹਦਾ ਮਿਲਾਪ। ਕਿੱਡੇ ਵੱਡੇ ਭਾਗ ਨੇ। ਸਭ ਤੋਂ ਪਹਿਲਾਂ ਦਰਸ਼ਨ ਦੌਲਤਾਂ ਦਾਈ ਨੇ ਕੀਤੇ ਆ ਗੁਰੂ ਨਾਨਕ ਸਾਹਿਬ ਦੇ। ਇਹ ਦੋ ਦਾਈਆਂ ਦਾ ਜ਼ਿਕਰ ਸਾਡੇ ਇਤਿਹਾਸ ਚ ਆਉਂਦਾ, ਕਦੇ ਵੀ ਨਾ ਭੁੱਲਿਓ, ਚੇਤੇ ਰੱਖਿਓ। ਫਿਰ ਗੁਰੂ ਸਾਹਿਬ ਨੂੰ ਖਤਮ ਕਰਨ ਦੇ ਲਈ ਸਪੇਰੇ ਨੂੰ ਭੇਜਣਾ ਕੀਤਾ। ਗੁਰੂ ਸਾਹਿਬ ਨੂੰ ਖਤਮ ਕਰਨ ਦੇ ਲਈ ਇੱਕ ਖੜਾਵੇ ਨੂੰ ਭੇਜਿਆ, ਖੜਾਉਣ ਦੇ ਬਹਾਨੇ ਮਠਿਆਈ ਜ਼ਹਿਰ ਲਾ ਕੇ ਦਿੱਤੀ ਆ। ਇੱਕ ਨਹੀਂ ਕਿੰਨੇ ਭਾਵ ਮਾਰਨ ਦੇ ਯਤਨ ਪ੍ਰਿਥੀ ਚੰਦ ਵੱਲੋਂ ਕੀਤੇ ਗਏ, ਸਾਰੇ ਯਤਨ ਫੇਲ ਹੋ ਗਏ। ਪਰ ਉਸ ਟਾਈਮ ਤੇ ਚੇਚਕ ਦੀ ਬਿਮਾਰੀ ਫੈਲਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਾਤਾ ਗੰਗਾ ਜੀ ਸਮੇਤ ਅਨੇਕਾਂ ਹੋਰ ਗੁਰਸਿੱਖ ਸਿੱਖਣੀਆਂ ਸਮੇਤ ਅੰਮ੍ਰਿਤਸਰ ਸਾਹਿਬ ਦੇ ਵਿੱਚ ਭੇਜ ਦਿੱਤਾ ਸੀ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੀਵਨ। ਅੱਗੇ ਪਿੱਛੇ ਆਪਾਂ ਸੁਣਿਆਗਾ ਵੀ 30 ਮਈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ 1606 ਦੇ ਵਿੱਚ ਸ਼ਹਾਦਤ ਹੁੰਦੀ ਆ। ਸ਼ਹਾਦਤ ਤੋਂ ਬਾਅਦ ਜਿਹੜਾ ਸੁਨੇਹਾ ਗਾ ਨਾ, ਇਹ ਭਾਈ ਲੰਗਾਹ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਭੇਜਿਆ ਜਾਂਦਾ। ਸ਼ਹਾਦਤ ਤੋਂ ਪਹਿਲਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ ਜਾਂਦਾ ਗਾ। ਉਸ ਤੋਂ ਬਾਅਦ ਸ਼ਹਾਦਤ ਹੁੰਦੀ ਆ। ਤੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਰੱਬੀ ਪਿਆਰਿਆਂ ਨੇ ਸੁਨੇਹਾ ਦਿੱਤਾ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਆ ਕਾਰਨ ਕਰਕੇ, ਵਾਹਿਗੁਰੂ ਕਾਰਨ ਨਹੀਂ, ਤਕਲੀਫ ਦੇ ਦੇ ਕੇ ਸ਼ਹਾਦਤ ਦਾ ਜਾਮ ਪੀ ਗਏ, ਸ਼ਹੀਦ ਕਰ ਦਿੱਤੇ ਨੇ। ਤਾਂ ਉਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਸ ਸੁਣਨ ਵਾਲੀ ਸਰੋਤ ਨੇ ਇੱਕ ਫੈਸਲਾ ਲਿਆ। ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸੁਨੇਹਾ ਸਭ ਨੂੰ ਮਿਲਿਆ ਨਾ ਵੀ ਸ਼ਹਾਦਤ ਦਾ ਜਾਮ ਪੀ ਗਏ, ਉਹ ਸ਼ਹੀਦ ਹੋ ਚੁੱਕੇ ਨੇ, ਐਸੀ ਕੋਈ ਅੱਖ ਨਹੀਂ ਸੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਨਾ ਰੋਈ ਹੋਵੇ। ਐਸੀ ਕੋਈ ਅੱਖ ਨਹੀਂ, ਪਰ ਇੱਕ ਅੱਖ ਹੈ ਜਿਹਦੇ ਵਿੱਚੋਂ ਹੰਝੂ ਨਹੀਂ ਡਿੱਗਿਆ, ਹੰਝੂ ਨਹੀਂ ਗਿਰਿਆ। ਉਹ ਕਿਹੜੀ ਅੱਖ ਆ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। ਸਾਰਾ ਦ੍ਰਿਸ਼ ਸੁਣਿਆ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਟਾਈਮ ਤੇ ਆਪਾਂ ਨੂੰ ਪਤਾ ਇੱਕ ਫੈਸਲਾ ਲੈਤਾ ਆਪ। ਇੱਕ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅਕਾਲ ਤਖਤ ਦੀ ਸਿਰਜਣਾ ਕੀਤੀ ਆ। ਜੋ ਅੱਜ ਕੱਲ ਆਪਾਂ ਹਰਿਮੰਦਰ ਸਾਹਿਬ ਦੇ ਬਿਲਕੁਲ ਐਨ ਸਾਹਮਣੇ ਵੇਖਦੇ ਆ ਨਾ, ਉਹ ਸਾਡਾ ਅਕਾਲ ਦਾ ਤਖਤ ਹੈ। ਤੇ ਇਹਦਾ ਨਾਮ ਨਾ ਹਰਗੋਬਿੰਦ ਤਖਤ ਨਹੀਂ ਰੱਖਿਆ, ਨਾ ਅਰਜਨ ਤਖਤ ਰੱਖਿਆ, ਨਾ ਰਾਮਦਾਸ ਤਖਤ, ਨਾ ਗੁਰੂ ਅਮਰਦਾਸ, ਨਾ ਅੰਗਦ, ਨਾ ਨਾਨਕ ਤਖਤ ਨਹੀਂ ਰੱਖਿਆ।
ਇਹ ਗੱਲਾਂ ਦੇ ਦੇਖੋ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ, ਢਾਡੀ ਰਾਗੀ ਪ੍ਰਚਾਰਕਾਂ ਪਾਸੋਂ ਆਪਾਂ ਸੁਣ ਲੈਂਦੇ ਆ, ਪਰ ਜਿਹੜੀਆਂ ਵਿੱਚੋਂ ਗੱਲਾਂ ਵੇਖਣ ਵਾਲੀਆਂ ਨਾ, ਸੁਣਨ ਵਾਲੀਆਂ, ਧਿਆਨ 'ਚ ਰੱਖਣ ਵਾਲੀਆਂ, ਉਹ ਆ ਹੁੰਦੀਆਂ ਨੇ ਵੀ ਕਿਸੇ ਗੁਰੂ ਬਾਬਾ ਜੀ ਦੇ ਨਾਮ ਤੇ ਨਾਮ ਨਹੀਂ ਰੱਖਿਆਗਾ। ਅਕਾਲ ਤਖਤ, ਇੱਕ ਤਖਤ ਦੀ ਸਿਰਜਣਾ ਕੀਤੀ ਆ ਤਾਂ ਉਹ ਤਖਤ ਦਾ ਨਾਮ ਅਕਾਲ ਦਾ ਤਖਤ ਰੱਖਿਆ ਵੀ ਇਹ ਤਖਤ ਨਾ ਰੱਬ ਦਾ ਤਖਤ ਆ, ਪਰਮਾਤਮਾ ਦਾ ਤਖਤ ਆ। ਤੇ ਉਸ ਤਖਤ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਹੁਕਮ ਸੁਣਾਉਂਦੇ ਸਨ ਉਸ ਤਖਤ ਤੇ ਖੜ ਕੇ। ਤਖਤ ਮੀਨਜ਼ ਇੱਕ ਥੜਾ, ਉੱਚੀ ਜਗ੍ਹਾ, ਤੇ ਉਹ ਅੱਜ ਉੱਚੀ ਜਗ੍ਹਾ ਦਾ ਡਿਜ਼ਾਈਨ ਅਲੱਗ ਆ, ਉਹ ਆਪਾਂ ਸਾਰੇ ਵੇਖਦੇ ਆ। ਉਸ ਟਾਈਮ ਤੇ ਜਿਵੇਂ ਇੱਕ ਥੜਾ, ਇੱਕ ਬਹੁਤ ਵੱਡਾ ਅੱਡਾ ਬਣ ਗਿਆ, ਉਹਦੇ ਉੱਪਰ ਖੜ ਕੇ ਗੁਰੂ ਸਾਹਿਬ ਹੁਕਮ ਕਰਦੇ ਨੇ। ਇੱਥੇ ਵਿਦਵਾਨੀ ਵੀ ਲਿਖਦੇ ਆ, ਜਿਹੜੀ ਹਰਮੰਦਰ ਸਾਹਿਬ ਦੀ ਉਸਾਰੀ ਕਰਨ ਵੇਲੇ ਮਿੱਟੀ ਪੱਟੀ ਗਈ ਨਾ, ਉਹ ਤਖਤ ਵਾਲੇ ਥਾਂ ਤੇ ਢੇਰੀ ਲਾਈ ਗਈ, ਤੇ ਉਹ ਮਿੱਟੀ ਹਰਮੰਦਰ ਸਾਹਿਬ ਵਾਲੀ ਆ, ਜਿਸ ਮਿੱਟੀ ਦੇ ਉੱਪਰ ਹਰਮੰਦਰ ਸਾਹਿਬ ਵਾਹਿਗੁਰੂ ਅਕਾਲ ਤਖਤ ਦੀ ਸਿਰਜਣਾ ਕੀਤੀ ਆ, ਅਕਾਲ ਤਖਤ ਬਣਵਾਇਆ। ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਸਾਨੂੰ ਦਿੱਤਾ। ਮੀਰੀ ਦਾ ਤੇ ਇੱਕ ਪੀਰੀ ਦਾ, ਜਾਣੀ ਕਿਉਂ ਕਹਿ ਲੋ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਵੀ ਆਪਾਂ ਕੀ ਹਾਂ? ਮੀਰੀ ਪੀਰੀ ਦਾ ਮਾਲਕ। ਸ਼ਹਾਦਤ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਖਤ ਸਿਰਜਿਆ, ਮੀਰੀ ਪੀਰੀ ਦਾ ਸਿਧਾਂਤ ਸਾਨੂੰ ਦਿੱਤਾ। ਮੀਰੀ ਪੀਰੀ ਦਾ ਸਿਧਾਂਤ ਵੇਖ ਕੇ, ਅਕਾਲ ਤਖਤ ਦੀ ਸਿਰਜਣਾ ਵੇਖ ਕੇ, ਤੇ ਨਿਤ ਦਿਹਾੜੇ ਸੰਗਤਾਂ ਦਾ ਵੱਧ ਤੋਂ ਵੱਧ ਅਕਾਲ ਤਖਤ ਹਰਮੰਦਰ ਸਾਹਿਬ ਵੱਲ ਝੁਕਾਅ ਵੇਖ ਕੇ, ਤੇ ਆਪਾਂ ਨੂੰ ਪਤਾ ਜਹਾਂਗੀਰ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾ ਗ੍ਰਿਫਤਾਰੀ ਦੇ ਇਉਂ ਕਹਿ ਲੋ ਐਲਾਨ ਕਰਤਾ ਸੀਗਾ। ਇੱਕ ਬਹਾਨਾ ਬਣਾਇਆ ਗਿਆ ਸੀ, ਗੱਲ ਬਾਅਦ ਚ ਆਉਣੀ ਹੈ, ਵਿੱਚੋਂ ਆਪਾਂ ਇੱਥੇ ਕਹਿ ਰਹੇ ਹਾਂ ਵੀ ਤੇਰੇ ਬਾਪ ਤੋਂ ਅਸੀਂ ਟੈਕਸ ਲੈਣਾ, ਤੇ ਉਹ ਟੈਕਸ ਭਰੋ ਜਾਂ ਗ੍ਰਿਫਤਾਰੀ ਦਿਓ। ਚੇਤਾ ਰੱਖਿਓ, ਪੁਰਾਤਨ ਗੁਰਸਿੱਖਾਂ ਨੇ ਕਦੇ ਕਿਸੇ ਰਾਜੇ ਮਹਾਰਾਜੇ ਦੇ ਇਹ ਟੈਕਸ ਲਾਇਆ ਨੂੰ ਕਦੇ ਤਾਰਿਆ ਨਹੀਂ, ਦਿੱਤਾ ਨਹੀਂ ਸੀ ਕਦੇ। ਅੱਜ ਹਰ ਚੀਜ਼ ਤੇ ਟੈਕਸ ਆ ਨਾ, ਟੈਕਸ ਗੁਲਾਮੀ ਦਾ ਪ੍ਰਤੀਕ ਹੈ। ਇਥੋਂ ਸਿੱਧ ਹੁੰਦਾ ਸੀ ਸਭ ਗੁਲਾਮ ਹਾਂ, ਪਰ ਗੁਰੂ ਸਾਹਿਬ ਜੀ ਨੇ ਤੇ ਗੁਰੂ ਦੇ ਸਿੱਖਾਂ ਨੇ ਕਦੇ ਟੈਕਸ ਨਹੀਂ ਸੀ ਭਰਿਆ, ਸਰਕਾਰ ਵੱਲੋਂ ਲਾਇਆ ਹੋਇਆ। ਚਲੋ, ਕਹਿਣ ਤੋਂ ਮੁਰਾਦ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਏਦਾਂ ਕਿਹਾ ਗਿਆ। ਪਰ ਕਿਉਂ ਕਿਹਾ ਗਿਆ? ਪਿੱਛੇ ਨੀਤੀ ਕੁਛ ਹੋਰ ਆ, ਡਰ ਰਹੇ ਨੇ। ਲੈ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਤਾਂ ਸਾਰੇ ਗੁਰੂ ਕਿੰਨੇ ਨਰਮ ਨੇ, ਚੁੱਪਚਾਪ ਭਲੇ ਦੇ ਕੰਮ ਕਰਦੇ ਰਹੇ, ਕੋਈ ਬੋਲਿਆ ਨਹੀਂ, ਕੋਈ ਬਾਗੀ ਨਹੀਂ ਹੋਇਆ। ਇਹਨੇ ਦੋ ਕਿਰਪਾਨਾਂ ਪਹਿਨਾ ਲਈਆਂ, ਇੱਕ ਨਹੀਂ ਦੋ। ਇਹਨੇ ਤਾਂ ਤਖਤ ਦੀ ਸਿਰਜਣਾ ਕਰਤੀ। ਤਖਤ ਤਾਂ ਕੇਵਲ ਦਿੱਲੀ ਦਾ, ਹੋਰ ਤਾਂ ਕਿਤੇ ਤਖਤ ਲੱਗ ਹੀ ਨਹੀਂ ਸਕਦਾਗਾ। ਇਹਨੇ ਤਖਤ ਬਣਾਤਾ, ਮਤਲਬ ਆਹ ਚੀਜ਼ਾਂ ਨੇ ਬੁਖਲਾਹਟ ਵਿੱਚ ਲਿਆਂਦਾ ਇਹਨਾਂ ਲੋਕਾਂ ਨੂੰ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਤਖਤ ਤੇ ਖੜ ਕੇ ਇੱਕ ਐਲਾਨ ਕੀਤਾ। ਇੱਕ ਐਲਾਨ ਕੀਤਾ। ਉਹ ਐਲਾਨ ਕੀ ਆ ਕਿ ਗੁਰੂ ਘਰ ਨੂੰ ਜਵਾਨੀਆਂ ਭੇਟ ਕਰੋ। ਆਪਾਂ ਸਮਝ ਗਏ ਨਾ ਵੀ ਜਿਹਦੇ ਦੋ ਪੁੱਤ ਨੇ, ਇੱਕ ਪੁੱਤ ਬਾਬੇ ਨਾਨਕ ਨੂੰ ਦਿਓ। ਜਿਹਦੇ ਚਾਰ ਪੁੱਤ ਨੇ, ਦੋ ਪੁੱਤ ਗੁਰੂ ਨਾਨਕ ਦੇ ਘਰ ਭੇਜੋ। ਮਤਲਬ ਜਵਾਨੀਆਂ ਦੀ ਮੰਗ ਕੀਤੀ। ਤੇ ਸੱਚ ਜਾਣਿਓ, ਇਹ ਨਾ ਮੰਨਿਓ ਵੀ ਕਿਸੇ ਨੇ ਜਵਾਨੀ ਗੁਰੂ ਨੂੰ ਅਰਪਣ ਨਹੀਂ ਕੀਤੀ ਹੋਣੀ। ਇਹ ਹੁਕਮ ਹੋਣ ਸਾਰ ਨਾ ਨੌਜਵਾਨ ਜੋਸ਼ੀਲੇ ਗੱਭਰੂ ਇੱਕ ਦੂਜੇ ਤੋਂ
ਮੂਹਰੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਜਾਂਦੇ ਆ। ਕਦੇ ਆਪਾਂ ਨੂੰ ਪਤਾ 10ਵੇਂ ਜਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੀਸ ਮੰਗੇ ਨੇ, ਇੱਕ ਸੀਸ ਦੀ ਲੋੜ, ਦੂਜੇ ਦੀ ਲੋੜ, ਤੀਜੇ ਦੀ, ਚੌਥੇ ਦੀ, ਪੰਜਵੇਂ ਦੀ, ਮੇਰਾ ਕਾਰਜ ਪੂਰਾ। ਅੱਜ ਉਸੇ ਗੁਰੂ ਦਾ ਦਾਦਾ ਜਵਾਨੀਆਂ ਮੰਗ ਰਿਹਾ, ਜਵਾਨੀਆਂ ਭੇਟ ਕਰੋ, ਤੇ ਦੁਨੀਆ ਨੇ ਜਵਾਨੀ ਭੇਟ ਕੀਤੀ ਵੀ ਆ। ਤੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲੋਹਗੜ੍ਹ ਕਿਲੇ ਦੀ ਉਸਾਰੀ ਕਰਵਾਈ। ਆਪਾਂ ਨੂੰ ਵੀ ਪਤਾ ਨਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੋਹੇ ਦੇ ਸ਼ਸਤਰ ਬਣਾਉਣ ਵਾਲੀ ਫੈਕਟਰੀ ਲਾਈ ਸੀ। ਭਾਵ ਜਿਹਨੂੰ ਆਪਾਂ ਲੋਹਗੜ੍ਹ ਕਿਲਾ ਕਹਿੰਦੇ ਆ। ਇੱਥੇ ਸ਼ਸਤਰ ਤਿਆਰ ਕਰਨੇ ਸ਼ੁਰੂ ਕੀਤੇ ਤੇ ਨਾਲ ਇਹ ਵੀ ਹੁਕਮ ਕੀਤਾ, ਜਿਹੜਾ ਕੋਈ ਵੀ ਵੀਰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਸਤਰ ਬਣਾਉਣ ਜਾਣਦਾ, ਜੇ ਕੋਈ ਬਣਾਉਣ ਜਾਣਦਾ ਨਾ, ਤਾਂ ਉਹ ਸ਼ਸਤਰ ਆਪਣੇ ਵੱਲੋਂ ਚੰਗੇ ਤੋਂ ਚੰਗਾ ਸ਼ਸਤਰ ਬਣਾ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਭੇਜੋ। ਤੇ ਮੈਂ ਇੱਥੋਂ ਦੀ ਗੱਲ ਕਹਿਣ ਲੱਗਿਆ, ਅੱਜ ਨਾ ਤੁਸੀਂ ਸ੍ਰੀ ਸਾਹਿਬ ਵੱਡਾ ਚੁੱਕ ਕੇ ਪਿੰਡ 'ਚ ਜਾਓ, ਪਹਿਨ ਲਓ, ਆਪਾਂ ਸਾਰੇ ਇੱਕੋ ਜਿਹੇ ਆ। ਤੇ ਲੋਕਾਂ ਦੀ ਜਿਹੜੀ ਆਵਾਜ਼ ਆ ਨਾ, ਉਹ ਸਾਡੇ ਪ੍ਰਥਾਏ ਗਲਤ ਹੋ ਜੂ। ਲੈ ਇਹ ਤਾਂ ਡਾਕੂ ਬਣ ਗਿਆ, ਇਹ ਤਾਂ ਲੁਟੇਰਾ ਬਣ ਗਿਆ, ਇਹਨੇ ਤਾਂ ਚੱਕ ਲਈ ਡਾਂਗ, ਇਹਨੇ ਤਾਂ ਚੱਕ ਲਈ ਕਿਰਪਾਨ, ਲੈਣ ਚੱਕ ਲਿਆ ਵਰਸਾ, ਕੀ ਲੋੜ ਆ। ਇਹ ਪੁੱਛ ਕੇ ਦੇਖੋ ਦਿੱਲੀ ਵਾਲਿਆਂ ਨੂੰ, ਜਦੋਂ 84 ਨਵੰਬਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦਿੱਲੀ 'ਚ ਘਾਣ ਹੋਇਆ, ਉਹ ਕਹਿੰਦੇ ਸਾਡੇ ਕੋਲੇ ਸ਼ਸਤਰ ਨਹੀਂ ਸੀ ਤਾਂ ਘਾਣ ਹੋਇਆ। ਇਹ ਪਿੱਛੇ ਜੇ ਰਿਪੋਰਟ ਵੀ ਦਿੱਤੀ ਹੈ ਨਾ, ਕਹਿੰਦੇ ਉਦਾਂ ਦੇ ਹਾਲਾਤ ਹੁਣ ਬਣਨ ਤਾਂ ਘਰ ਘਰ ਰਾਫਲ ਅਗਲੇ ਕੋਲੇ, ਘਰ ਘਰ ਸ਼ਸਤਰ ਨੇਗੇ। ਹੁਣ ਉਹ ਹਾਲਾਤ ਬਣਨ ਤਾਂ ਅਸੀਂ ਮੁਕਾਬਲਾ ਕਰਨ ਜੋਗੇ ਹੈਗੇ ਆ, ਪਰ ਉਹਨਾਂ ਟਾਈਮਾਂ 'ਚ ਸਾਨੂੰ ਮੁਕਾਬਲਾ ਕਰਨ ਦੀ ਜਾਂਚ ਕਹਿ ਲੋ ਜਾਂ ਸਾਡੇ ਕੋਲੇ ਸ਼ਸਤਰ ਕਹਿ ਲੋ, ਹੈ ਹੀ ਨਹੀਂ ਸੀ। ਤੇ ਗੁਰੂ ਸਾਹਿਬ ਨੇ ਦਸ਼ਮੇਸ਼ ਪਿਤਾ ਨੇ ਤਾਂ ਬਚਨ ਇਹ ਕੀਤਾ ਸੀ, ਕਹਿੰਦਾ ਦਰਸ਼ਨੀ ਉਹਨੂੰ ਹੋਣੇ ਨੇ ਜਿਹੜਾ ਸ਼ਸਤਰ ਪਹਿਨ ਕੇ ਆਊਗਾ, ਉਹਨੂੰ ਦਰਸ਼ਨ ਹੋਣੇ ਆ। ਦੂਜਾ ਨਾ ਝਾਕ ਕਰਕੇ ਆਓ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਆਵਾਂਗਾ, ਸ਼ਸਤਰਧਾਰੀ ਹੋ ਕੇ ਆਓ ਤੇ ਦਰਸ਼ਨ ਕਰੋ। ਤੇ ਕਦੇ ਤੀਜੇ ਪਾਤਸ਼ਾਹ ਨੇ ਹੁਕਮ ਕੀਤਾ ਸੀ, ਪਹਿਲਾਂ ਪੰਗਤ ਪਾਤਸ਼ਾਹ ਸੰਗਤ, ਪਹਿਲਾਂ ਪੰਗਤ ਕਰੋ ਫਿਰ ਸੰਗਤ ਵਿੱਚ ਆਓ, ਦਰਸ਼ਨ ਤਾਂ ਹੋਣੇ ਨੇ। ਸਮੇਂ ਸਮੇਂ ਤੇ ਜੋ ਜੋ ਲੋੜ ਸੀ ਉਹ ਹੁਕਮ ਮੇਰੇ ਮਾਲਕ ਨੇ ਜਾਰੀ ਕੀਤਾ। ਇਉਂ ਕਹਿ ਲੋ ਦੇਗ ਦਾ ਤੇ ਤੇਗ ਦਾ ਆਪਸੀ ਸੁਮੇਲ ਆ ਗਾੜਾ, ਬਹੁਤ ਜ਼ਿਆਦਾ ਨਾ, ਸੰਘਣਾ ਕਹਿ ਲੋ, ਗੂੜਾ ਕਹਿ ਲੋ, ਪ੍ਰੇਮ ਆ ਦੇਗ ਦਾ ਤੇ ਤੇਗ ਦਾ। ਮਾਫ ਕਰਨਾ, ਬਿਰਲੇ ਥਾਵਾਂ ਨੂੰ ਛੱਡ ਕੇ ਅੱਜ ਗੁਰੂ ਦੇ ਘਰਾਂ ਚੋਂ ਇਹ ਅੱਜ ਦਾ ਦੁਖਾਂਤ ਆ, ਨਾਲ ਨਾਲ ਬੋਲਣਾ ਪੈਂਦਾ। ਬਿਰਲੇ ਥਾਵਾਂ ਨੂੰ ਛੱਡ ਕੇ ਨਾ ਗੁਰੂ ਨਾਨਕ ਪਾਤਸ਼ਾਹ ਦੇ ਘਰਾਂ ਚੋਂ ਦੇਗ ਵੀ ਕੱਢਤੀ ਤੇ ਤੇਗ ਵੀ ਕੱਢਤੀ। ਦੇਗ ਥਾਂ ਤੇ ਮਿਸ਼ਰੀ ਆ ਗਈ। ਸਾਨੂੰ ਮਿਸ਼ਰੀ ਵਾਲੇ ਬਾਬੇ ਬਹੁਤ ਚੰਗੇ ਲੱਗਦੇ ਆ। ਸਾਨੂੰ ਨਾ ਮੇਵਿਆਂ ਵਾਲੇ ਬਾਬੇ, ਸੁੱਕੇ ਮੇਵਿਆਂ ਵਾਲੇ ਬਾਬੇ ਤਾਂ ਬਦਾਮ ਹੀ ਵੰਡਦੇ ਨੇ, ਬਾਬੇ ਤਾਂ ਨਾ ਮਿਸ਼ਰੀ ਵੰਡਦੇ ਨੇ, ਬਾਬੇ ਤਾਂ ਸੁੱਕੇ ਮੇਵੇ ਵੰਡਦੇ ਨੇ। ਇਹ ਦੇਗ ਨਾਲ ਥੋੜੀ ਮੱਥਾ ਮਾਰਦੇ ਨੇ। ਦੇਗ ਵੀ ਗਈ ਤੇ ਤੇਗ ਤਾਂ ਇਹਨਾਂ ਨੇ ਬਾਹਲੇ ਚਿਰ ਦੀ ਕੱਢਤੀ ਸੀ, ਤੇਗ ਵੀ ਕੱਢਤੀ। ਤੇ ਅਰਦਾਸ ਵਿੱਚ ਰੋਜ਼ ਉਹੀ ਬਾਬੇ, ਆਪਾਂ ਵੀ ਉਹ ਵੀ, ਆਪਾਂ ਰੋਜ਼ ਜ਼ਿਕਰ ਕਰਦੇ ਆਂ ਦੇਗ ਤੇਗ ਫਤਿਹ। ਤੇ ਸੋਚ ਕੇ ਦੇਖੋ ਮੀਰੀ ਦਾ ਤੇ ਪੀਰੀ ਦਾ ਸਿਧਾਂਤ ਕਿੱਧਰ ਗਿਆ। ਚਲੋ ਕਹਿਣ ਤੋਂ ਮੁਰਾਦ ਦੇ ਵਿੱਚੋਂ ਆਪਾਂ ਇੱਕ ਗੱਲ ਲੈ ਲਈ ਵੀ ਏਦਾਂ ਦੇ ਹਾਲਾਤ ਸਾਡੇ ਬਣ ਚੁੱਕੇ ਨੇ। ਪਰ ਜਿੱਥੇ ਦੇਗ ਆ ਨਾ, ਕੋਲੇ ਤੇਗ ਹੁੰਦੀ ਆ, ਸ੍ਰੀ ਸਾਹਿਬ ਹੁੰਦੀ ਆ ਭੇਟ ਕਰਨ ਵਾਸਤੇ। ਉਹ ਤੁਸੀਂ ਸਿਆਣੇ ਹੋ, ਸਮਝਦੇ ਹੋ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੱਕੇ ਤੌਰ ਤੇ ਹਰ ਇੱਕ ਸਿੱਖ ਨੂੰ, ਹਰ ਇੱਕ ਰੱਬੀ ਪਿਆਰੇ ਨੂੰ ਤੇਗ ਰੱਖਣ ਦਾ ਹੁਕਮ ਕੀਤਾ ਸੀ, ਬਾਕਾਇਦਾ ਪਰਮਾਨੈਂਟ ਪੱਕੇ ਤੌਰ ਤੇ। ਮੇਰਾ ਸਿੱਖ ਸ਼ਸਤਰਧਾਰੀ ਹੋ ਕੇ ਜ਼ਿੰਦਗੀ ਜਿਉਵੇਂ ਤੇ ਕਦੇ ਦੁਸ਼ਮਣ ਦੀ ਹਿੰਮਤ ਨਹੀਂ ਵੀ ਤੁਹਾਡੇ ਵੱਲ ਨਿਗਾਹ ਪੁੱਟ ਕੇ ਵੇਖ ਲਵੇਗਾ। ਅੱਜ ਵੀ ਇਦਾਂ ਦੇ ਹਾਲਾਤ ਆ। ਸਾਡੇ ਨੌਜਵਾਨ ਬੱਚੇ ਬੱਚੀਆਂ ਡਾਂਗਾ ਖਾਈ ਜਾਂਦੇ ਨੇ, ਪਰ ਹਨ ਖਾਲੀ ਹੱਥ
ਤੇ ਨਹੀਂ ਸਾਨੂੰ ਕਿਹੜਾ ਕਿਸੇ ਨੇ ਕੁਝ ਦਿੱਤਾ ਨਹੀਂ। ਆਪਾਂ ਵੀ ਦੋਵੇਂ ਤਰੀਕੇ ਵਰਤ ਸਕਦੇ ਆ। ਜਿੱਥੇ ਪਿਆਰ ਆ ਉੱਥੇ ਪਿਆਰ ਨਾਲ ਗੱਲ, ਜਿੱਥੇ ਚੜ ਕੇ ਆਇਆ ਤੇ ਉੱਥੇ ਹੰਕਾਰੀ ਨੂੰ ਉਸ ਲਹਿਜੇ ਦੇ ਵਿੱਚ ਜਵਾਬ ਦਿੱਤਾ ਜਾ ਸਕਦਾ। ਇਹ ਗੁਰੂ ਦਾ ਸਾਡੇ ਦਾ ਹੁਕਮ ਆ। ਸਾਡਾ ਗੁਰੂ ਨਰਮ ਵੀ ਬਹੁਤ ਆ ਤੇ ਸਾਡਾ ਗੁਰੂ ਤਿੱਖੇਪਣ ਵਿੱਚ ਵੀ ਆ ਜਾਂਦਾ, ਜੁਸੀਲਾ ਵੀ ਬਹੁਤ ਹੈਗਾ। ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਮੀਰੀ ਤੇ ਪੀਰੀ ਦਾ ਸਿਧਾਂਤ ਕਾਇਮ ਕੀਤਾ, ਇਹਦੇ ਤੇ ਆਪਾਂ ਵਿਚਾਰ ਕਰ ਰਹੇ ਹਾਂ। ਮੀਰੀ ਦਾ ਅਰਥ ਆ ਰਾਜਨੀਤਿਕ ਪੱਖ, ਰਾਜਨੀਤੀ, ਤੇ ਪੀਰੀ ਦਾ ਅਰਥ ਆ ਭਗਤੀ, ਜਿਹਨੂੰ ਆਪਾਂ ਸੰਖੇਪ ਕਹਿ ਸਕਦੇ ਹਾਂ ਭਗਤੀ ਤੇ ਸ਼ਕਤੀ। ਮੀਰੀ ਸ਼ਕਤੀ ਦਾ ਪ੍ਰਤੀਕ ਆ ਤੇ ਪੀਰੀ ਭਗਤੀ ਦਾ ਪ੍ਰਤੀਕ ਆ। ਜਿਹੜੀ ਮੀਰੀ ਆ ਨਾ, ਇਹ ਜੇ ਆਪਾਂ ਪਿੱਛੇ ਜਾਈਏ ਤਾਂ ਇਹਦਾ ਪਿਛੋਕੜ ਬਹੁਤ ਵਧੀਆ ਗਾ ਤੇ ਗੁਰੂ ਨਾਨਕ ਸਾਹਿਬ ਨਾਲ ਜਾ ਕੇ ਜੁੜ ਜਾਂਦਾ ਹੈਗਾ। ਮੀਰੀ ਦਾ ਪਿਛੋਕੜ ਕੀ ਆ? ਮੀਰ। ਤੇ ਮੀਰ ਦੇ ਸੰਬੰਧੀ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਵੀ ਹਵਾਲੇ ਦਿੱਤੇ ਨੇ। ਜਾਂ ਮੀਰ ਸੁਣਿਆ ਧਾਇਆ। ਮੀਰ, ਮੀਰ ਤੋਂ ਬਾਅਦ ਮੀਰੀ ਬਣਦੀ ਆ। ਜਦੋਂ ਮੀਰ ਦਾ ਪਿਛੋਕੜ ਵੇਖਾਂਗੇ ਤਾਂ ਮੀਰ ਦਾ ਅਰਥ ਬਣ ਗਿਆ ਅਮੀਰ, ਪਿਛਲਾ ਪੱਖ ਇਹਦਾ ਅਮੀਰ। ਤੇ ਅਮੀਰ ਦਾ ਅਰਥ ਹੁੰਦਾ ਜਿਹਦੀ ਦੁਨੀਆ ਦੇ ਵਿੱਚ ਆਵਾਜ਼ ਵਿਕਦੀ ਹੋਵੇ, ਮਤਲਬ ਜਿਹਦਾ ਦੁਨੀਆ ਦੇ ਵਿੱਚ ਬੋਲ ਬਾਲਾ ਹੋਵੇ। ਹੁਣ ਇੱਥੇ ਕਾਫੀ ਗੁੰਝਲਾਂ ਨਿਕਲ ਜਾਣਗੀਆਂ। ਇੱਕ ਗੱਲ ਤਾਂ ਇਹ ਆ ਵੀ ਜਿਹੜਾ ਬੰਦਾ ਨਾ ਧਨਾੜ ਹੁੰਦਾ ਗਾ, ਪੈਸੇ ਟੱਕੇ ਜ਼ਮੀਨ ਜਾਇਦਾਦ ਵਿੱਚ ਵਾਧੂ ਹੋਵੇ, ਆਪਾਂ ਉਹਨੂੰ ਕਹਿ ਦਿੰਦੇ ਆ ਇਹ ਬਹੁਤ ਅਮੀਰ ਆ। ਪਰ ਸਾਡੀ ਸ਼ਬਦਾਵਲੀ ਗਲਤ ਆ। ਕਿਉਂ ਗਲਤ ਆ ਗਈ? ਕਿਉਂਕਿ ਅਮੀਰ ਦਾ ਅਰਥ ਹੁੰਦਾ ਜਿਹਦਾ ਦੁਨੀਆ ਦੇ ਵਿੱਚ ਬੋਲ ਬਾਲਾ ਹੋਵੇ, ਜਿਹਦੀ ਲੋਕ ਗੱਲ ਸੁਣਦੇ ਹੋਣ, ਉਹਨੂੰ ਅਮੀਰ ਕਹਿੰਦੇ ਨੇ। ਤੇ ਅਸੀਂ ਅਮੀਰ ਕਿਹਨੂੰ ਕਿਹਾਗਾ? ਜਿਹੜਾ ਪ੍ਰਾਪਰਟੀ ਕਰਕੇ ਤਕੜਾ ਹੋਵੇ, ਉਹਨੂੰ ਧਨਾੜ ਕਹਿ ਸਕਦੇ ਆਪਾਂ, ਪਰ ਅਮੀਰ ਨਹੀਂ ਕਹਿ ਸਕਦੇ। ਕਿਉਂ? ਪ੍ਰਾਪਰਟੀ ਕਰਕੇ ਤਕੜਾ, ਪਰ ਦੁਨੀਆ ਦੇ ਵਿੱਚ ਉਹਦੀ ਚਲਦੀ ਤਾਂ ਹੈ ਹੀ ਨਹੀਂ ਭਾਈ। ਚੱਲਣ ਤੋਂ ਭਾਵ ਉਹਦਾ ਬੋਲ ਬਾਲਾ ਤਾਂ ਹੈ ਹੀ ਨਹੀਂ ਨਾ। ਫਿਰ ਬਾਬਾ ਨਾਨਕ ਕਹਿੰਦਾ ਉਹ ਅਮੀਰ ਕਿੱਥੇ ਹੈਗਾ? ਭਗਤ ਰਵਿਦਾਸ ਭਾਵੇਂ ਇੱਕ ਮਿਹਨਤ ਤੇ ਮਜ਼ਦੂਰੀ ਕਰਨ ਵਾਲੇ ਪਰਿਵਾਰ ਵਿੱਚ ਜਨਮਿਆ, ਭਗਤ ਕਬੀਰ ਸਾਹਿਬ, ਪਰ ਉਹਨਾਂ ਦੀ ਦੁਨੀਆ ਦੇ ਵਿੱਚ ਬੋਲ ਬਾਣੀ ਹੈਗੀ ਆ। ਜਿਹਦੀ ਦੁਨੀਆ ਦੇ ਵਿੱਚ ਬੋਲ ਬਾਣੀ ਆ ਨਾ, ਉਹਨੂੰ ਅਮੀਰ ਕਹਿੰਦੇ ਨੇ। ਤੇ ਅਮੀਰ ਕੌਣ ਆ? ਬਾਬਾ ਨਾਨਕ। ਬਾਬਾ ਨਾਨਕ ਅਮੀਰ ਹੈ ਨਾ, ਕਿਉਂਕਿ ਦੁਨੀਆ ਦੇ ਵਿੱਚ ਬਾਬੇ ਨਾਨਕ ਦੀ ਚੜ੍ਹਦੀ ਕਲਾ, ਉਹਦੀ ਬੋਲ ਬਾਣੀ ਬਹੁਤ ਜ਼ਿਆਦਾ। ਤੇ ਅਮੀਰ ਤੋਂ ਬਾਅਦ ਗਾਹਾਂ ਮੀਰ ਆ ਗਿਆ, ਜਾਂ ਮੀਰ ਸੁਣਿਆ ਧਾਇਆ, ਭਾਵ ਜਿਹਦੀ ਬੋਲ ਬਾਣੀ ਹੈ। ਮੀਰ ਤੋਂ ਬਾਅਦ ਮੀਰੀ ਆਉਂਦੀ ਆ। ਤੇ ਮੀਰੀ ਦਾ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਵੀ ਤੁਹਾਡਾ ਜ਼ਿੰਦਗੀ ਦਾ ਇੰਨਾ ਕੁ ਵਧੀਆ ਤਜਰਬਾ ਹੋਵੇ, ਦੁਨੀਆ ਦੇ ਵਿੱਚ ਤੁਹਾਡੀ ਆਵਾਜ਼ ਵਿਕਦੀ ਹੋਵੇ। ਵਿਕਣ ਤੋਂ ਭਾਵ ਤੁਹਾਡੀ ਬੋਲ ਬਾਣੀ ਹੋਵੇ ਭਾਈ, ਤੁਸੀਂ ਕੁਝ ਬੋਲਣ ਜੋਗੇ ਹੋਵੋ। ਤੁਹਾਡੇ ਵਿੱਚ ਇਹ ਜੁਰਤ, ਇਹ ਹਿੰਮਤ, ਇਹ ਸ਼ਕਤੀ ਹੋਣੀ ਜ਼ਰੂਰੀ ਆ। ਤੁਹਾਡੀ ਬੋਲੀ ਤਕੜੀ ਹੋਣੀ ਚਾਹੀਦੀ ਆ, ਜਿਹਨੂੰ ਆਪਾਂ ਕਹਿੰਦੇ ਤੁਹਾਡੇ ਜੀਵਨ ਵਿੱਚ, ਜਾਣੀ ਕਿ ਸਾਡੇ ਜੀਵਨ ਵਿੱਚ ਜੁਰਤ ਹੋਣੀ ਚਾਹੀਦੀ ਆ। ਸਿਰ ਨੀਵਾਂ ਕਰਨ ਵਾਲਾ ਜੀਵਨ ਸਾਨੂੰ ਨਹੀਂ ਦਿੱਤਾ। ਮੀਰੀ ਦਾ ਅਰਥ ਸ਼ਕਤੀ ਆ ਬਣ ਗਿਆ। ਤੇ ਮੀਰੀ ਦਾ ਅਰਥ ਅਮੀਰ ਵਾਲਾ ਪੱਖ ਨਹੀਂ ਵੀ ਰੁਪਈਆ ਕਰਕੇ ਤਕੜਾ ਬੰਦਾ। ਤੇ ਸਤਿਗੁਰੂ ਪਾਤਸ਼ਾਹ ਨੇ ਦੂਸਰਾ ਸਿਧਾਂਤ ਦਿੱਤਾਗਾ ਭਗਤੀ ਦਾ। ਦੂਜਾ ਸਿਧਾਂਤ ਭਗਤੀ ਦਿੱਤਾ ਨਾ, ਭਗਤੀ ਤੇ ਸ਼ਕਤੀ ਨੂੰ ਇਕੱਠਾ ਕਰਤਾ। ਭਗਤੀ ਤਾਂ ਬੜੇ ਲੰਮੇ ਟਾਈਮ ਤੋਂ ਚੱਲ ਰਹੀ ਆ। ਇਹ ਤਾਂ ਗੁਰੂ ਨਾਨਕ ਸਭ ਤੋਂ ਪਹਿਲਾਂ ਚੱਲ ਰਹੀ ਹੈਗੀ। ਬੜੇ ਦੁਨੀਆ ਦੇ ਵਿੱਚ ਭਗਤ ਹੋਏ ਆ ਨਾ, ਪਰ ਭਗਤ ਦੀ ਅਸਲੀ ਪਰਿਭਾਸ਼ਾ ਨੂੰ ਦੁਨੀਆ ਨੇ ਵੀ ਨਹੀਂ ਸਮਝਿਆ। ਤੇ ਦੁਨੀਆ ਨੂੰ ਜਿੰਨੇ ਇਸ ਧਰਤੀ ਤੇ ਭਗਤ ਪੀਰ ਪੈਗੰਬਰ ਆਏ, ਉਹਨਾਂ ਨੇ ਸਮਝਾਇਆ ਵੀ ਨਹੀਂ ਹੈ। ਕਸੂਰ ਦੋਨੇ ਧਿਰਾਂ ਦਾ, ਸਮਝਾਇਆ ਵੀ ਨਹੀਂ ਤੇ ਸਮਝਿਆ ਵੀ ਨਹੀਂ ਹੈ। ਪਰ ਗੁਰੂ ਨਾਨਕ ਸਾਹਿਬ ਨੇ ਭਗਤੀ ਨੂੰ ਰੰਗ ਅਲੱਗ ਤੋਂ ਦਿੱਤਾਗਾ। ਸ਼ਬਦ ਉਹੀ ਨੇ, ਗੁਰੂ ਨਾਨਕ ਸਾਹਿਬ ਨੇ ਸ਼ਬਦ ਉਹੀ ਰੱਖੇ, ਪਰ ਉਹਨਾਂ ਨੂੰ ਰੰਗ ਦੇਤਾ। ਉਹਨਾਂ ਨੂੰ ਅਲੱਗ ਤੋਂ ਇੱਕ ਨਾ ਸੋਹਣੇ ਰੂਪ ਦੇ ਵਿੱਚ ਨਿਖਾਰ ਕੇ ਦੁਨੀਆ ਵਿੱਚ ਪੇਸ਼ ਕਰਤਾ ਵੀ ਹੁਣ ਵਰਤੋ ਇਹਨੂੰ। ਜਿਵੇਂ ਇੱਥੇ ਇੱਕ ਹਵਾਲਾ ਲੈ ਲਓ,
ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰੱਬ ਦਾ ਨਾਂ ਨਹੀਂ ਬਦਲਿਆ, ਰੱਬ ਦਾ ਨਾਂ ਨਹੀਂ ਬਦਲਿਆ। ਚੇਤਾ ਰੱਖਿਓ, ਰੱਬ ਦਾ ਨਾਮ ਗੁਰੂ ਨਾਨਕ ਸਾਹਿਬ ਤੋਂ ਆਉਣ ਤੋਂ ਪਹਿਲਾਂ, ਜਨਮ ਤੋਂ ਪਹਿਲਾਂ ਕੀ ਕਹਿੰਦੇ ਸੀ? ਓਮ। ਆਪਾਂ ਨੂੰ ਪਤਾ ਨਾ, ਇਹ ਦੁਨੀਆ ਦੇ ਵਿੱਚ ਅੱਜ ਵੀ ਮਸ਼ਹੂਰ ਆ। ਹਰੇ ਓਮ ਇਦਾਂ ਬੋਲਦੇ ਨੇ ਜਿਹੜੇ ਮਤਲਬ ਕੋਚੀ ਨਾਲ ਜੁੜੇ ਹੋਏ ਨੇਗੇ। ਓਮ ਲਫ਼ਜ਼ ਪਹਿਲਾਂ ਹੈ, ਜਿਹਦਾ ਅਰਥ ਬਣ ਗਿਆ ਰੱਬ। ਓਮ ਤਾਂ ਬੋਲ ਰਹੇ ਆ ਨਾ, ਸਾਰੇ ਬੋਲ ਰਹੇ ਨੇ, ਕੀ ਬ੍ਰਹਮਣ, ਕੀ ਸ਼ੂਦਰ, ਵਾਹਿਗੁਰੂ ਮਾਫ ਕਰਨਾ, ਵਿਸ਼ਨੂੰ, ਕੀ ਸ਼ਿਵ ਜੀ, ਕੀ ਬ੍ਰਹਮਾ, ਸਾਰੇ ਕਹਿ ਰਹੇ ਨੇ। ਪਰ ਗੁਰੂ ਨਾਨਕ ਸਾਹਿਬ ਨੇ ਇਹਨੂੰ ਰੰਗ ਦਿੱਤਾਗਾ, ਅਲੱਗ ਤੋਂ ਇਹਨੂੰ ਡਿਜ਼ਾਈਨ ਦੇਤਾ, ਇੱਕ ਨਮੂਨਾ ਦੇਤਾ। ਉਹ ਨਮੂਨਾ ਕੀ ਦਿੱਤਾਗਾ? ਉਹ ਜਦੋਂ ਓਮ ਕਹਿੰਦੇ ਨੇ ਤੇ ਉਂਗਲ ਆਪਦੇ ਬੰਨੀ ਕਰ ਲੈਂਦੇ ਨੇ, ਕਹਿੰਦੇ ਅਸੀਂ ਰੱਬ ਆਂ। ਬਸ ਫਰਕ ਇੰਨਾ ਕੀ ਆ, ਬਾਬਾ ਨਾਨਕ ਕਹਿੰਦੇ ਉਹ ਰੱਬ ਨਹੀਂ। ਉਹਨਾਂ ਦੀ ਤਿੱਕੜੀ ਆ ਨਾ ਜਿਹੜੀ, ਉਹ ਰੱਬ ਦਾ ਰੂਪ ਨਹੀਂ ਹੈ। ਉਹ ਤਾਂ ਭਾਈ ਰੱਬ ਦਾ ਨਾਮ ਵੇਚਦੇ ਨੇ, ਉਹ ਤਾਂ ਰੱਬ ਦਾ ਨਾਂ ਨਹੀਂ ਵੇਚਦੇ, ਖੁਦ ਰੱਬ ਨੂੰ ਹੀ ਵੇਚ ਦਿੰਦੇ ਨੇ। ਉਹ ਤਾਂ ਆਹ ਕੁਆਲਿਟੀ ਦੇ ਬੰਦੇ ਨੇ। ਤੇ ਬਾਬੇ ਨਾਨਕ ਨੇ ਓਮ ਲਫ਼ਜ਼ ਰੱਖ ਲਿਆ। ਗੁਰਬਾਣੀ ਦੀ ਆਰੰਭਤਾ ਓਮ ਤੋਂ ਹੁੰਦੀ ਆ। ਤੇ ਪਰ ਚੇਤਾ ਰੱਖਿਓ, ਓਮ ਦੇ ਮੂਹਰੇ ਇੱਕ ਲਾਤਾ, ਡਿਜ਼ਾਈਨ ਦੇਤਾ ਉਹਨੂੰ, ਇੱਕ ਓੰਕਾਰ। ਨਾਮ ਉਹੀ ਰੱਖਿਆ, ਪਰ ਉਹਦੇ ਵਿੱਚ ਥੋੜੀ ਜਿਹੀ ਤਬਦੀਲੀ ਕਰਤੀ, ਨਿਖਾਰ ਲਿਆਂਦਾ। ਰੱਬ ਇੱਕ ਹੈ, ਰੱਬ ਤਿੰਨ ਨਹੀਂ, ਨਾ ਬ੍ਰਹਮਾ, ਨਾ ਸ਼ਿਵ ਜੀ, ਨਾ ਵਿਸ਼ਨੂੰ। ਤੇ ਅੱਜ ਵੀ ਦੁਨੀਆ ਬੜੀ ਉਪਾਸ਼ਕ ਆ ਉਹਨਾਂ ਦੀ, ਬੜੇ ਮੰਨਦੇ ਨੇ। ਚਲੋ ਜਿਹਦੇ ਹਨ ਉਹ ਤਾਂ ਮੰਨਦੇ ਨੇ, ਸਾਡਾ ਵੀ ਸਹਿਯੋਗ 101% ਆ ਉਧਰਲੇ ਪਾਸੇ। ਤੇ ਪਰ ਬਾਬੇ ਨਾਨਕ ਨੇ ਕੀ ਕਿਹਾ? ਏਕਾ ਲਾਤਾ ਮੂਹਰੇ, ਏਕਾ ਲਾ ਕੇ ਓੰਗ ਉਹੀ ਰੱਖਿਆ, ਪਰ ਓੰਗ ਦੇ ਅੱਗੇ ਏਕਾ ਲਾ ਕੇ ਕੀ ਕਹਿਤਾ? ਰੱਬ ਇੱਕ ਹੈ, ਇੱਕ ਓੰਕਾਰ। ਇਵੇਂ ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਗਤੀ ਦਾ, ਗੁਰੂ ਨਾਨਕ ਸਾਹਿਬ ਨੇ ਭਗਤੀ ਦਾ ਨਮੂਨਾ ਬਦਲਤਾ, ਚੇਂਜ ਕਰਤਾ। ਭਗਤ ਕੌਣ? ਜੇ ਅੱਜ ਵੀ ਆਪਾਂ ਪੁੱਛ ਲਈਏ ਨਾ ਭਗਤ ਕੌਣ, ਸਾਡਾ ਧਿਆਨ ਇੱਕਦਮ ਕਿਸੇ ਭਗਵੇਂ ਕੱਪੜਿਆਂ ਤੇ ਜਾਊਗਾ, ਲਿਬਾਸ ਤੇ ਜਾਊਗਾ। ਪਰ ਜਦੋਂ ਗੁਰੂ ਸਾਹਿਬ ਨੂੰ ਪੁੱਛਦੇ ਆ, ਪਾਤਸ਼ਾਹ ਜੀ ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ। ਪਾਤਸ਼ਾਹ ਜੀ ਕਹਿੰਦੇ ਬਿਨਾਂ ਗੁਣਾ ਤੋਂ ਭਗਤ ਬਣ ਹੀ ਨਹੀਂ ਸਕਦਾ ਬੰਦਾ। ਅਸੀਂ ਭਗਤ ਉਹਨਾਂ ਨੂੰ ਮੰਨ ਲਿਆ ਜਿਨ੍ਹਾਂ ਚ ਗੁਣ ਇੱਕ ਨਹੀਂ। ਤੇ ਬਾਬਾ ਨਾਨਕ ਕਹਿੰਦਾ ਭਗਤ ਉਹ ਆ ਜਿਹ ਚ ਗੁਣ ਨੇ। ਜਿੰਨੇ ਗੁਣ ਵੱਡੇ ਉਹਨਾਂ ਭਗਤ ਵੱਡਾ। ਬਸ ਜਿੰਨੇ ਗੁਣ ਵੱਡੇ। ਅਸੀਂ ਗੁਣਾਂ ਵਾਲੇ ਦਾ ਸਤਿਕਾਰ ਘਟਾਤਾ, ਔਗਣਾਂ ਵਾਲਿਆਂ ਦਾ ਸਤਿਕਾਰ ਵਧਾਤਾ। ਅਸੀਂ ਭਗਤ ਉਹਨਾਂ ਨੂੰ ਮੰਨ ਲਿਆ ਜਿਨ੍ਹਾਂ ਚ ਔਗਣ ਹੀ ਔਗਣ ਨੇ। ਤੇ ਗੁਰੂ ਸਾਹਿਬ ਕਹਿੰਦੇ ਭਗਤ ਉਹ ਨੇ ਜਿਨ੍ਹਾਂ ਚ ਗੁਣ ਹੀ ਗੁਣ ਨੇ। ਉਹ ਗੁਣ ਕਿਸੇ ਚ ਵੀ ਹੋ ਸਕਦੇ ਆ, ਮੁਸਲਮਾਨ ਚ ਵੀ ਹੋ ਸਕਦੇ ਆ, ਹਿੰਦੂ ਚ ਵੀ ਹੋ ਸਕਦੇ ਆ, ਈਸਾਈ, ਜੈਨੀ, ਬੋਧੀ, ਸਿੱਖ ਵਿੱਚ, ਜਿਹਦੇ ਵਿੱਚ ਮਰਜ਼ੀ ਹੋਣ। ਭਗਤ ਉਹ ਜਿਹਦੇ ਵਿੱਚ ਗੁਣ ਨੇ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾ, ਇਹ ਬਾਬੇ ਨਾਨਕ ਵੱਲੋਂ ਮੀਰ, ਭਗਤੀ ਤੇ ਸ਼ਕਤੀ ਦਾ ਦਿੱਤਾ ਹੋਇਆ ਸਿਧਾਂਤ ਆ ਜਿਹੜਾ, ਇਹਨੂੰ 6ਵੇਂ ਜਾਮੇ ਦੇ ਵਿੱਚ ਆ ਕੇ ਇੱਕ ਅਲੱਗ ਤੋਂ ਰੰਗ ਦੇ ਕੇ ਉੱਤੇ ਮੋਹਰ ਲਾਤੀ ਪੱਕੇ ਤੌਰ ਤੇ, ਵੀ ਅੱਜ ਤੋਂ ਬਾਅਦ ਮੀਰੀ ਤੇ ਪੀਰੀ ਦਾ ਸਿਧਾਂਤ ਸਿੱਖ ਕੋਲੇ ਹੋਣਾ ਚਾਹੀਦਾ। ਭਗਤੀ ਵੀ ਹੋਣੀ ਚਾਹੀਦੀ ਆ ਤੇ ਸ਼ਕਤੀ ਵੀ ਹੋਣੀ ਚਾਹੀਦੀ ਆ। ਜਿਹੜੇ ਉਦੋਂ ਪਹਿਲਾਂ ਸੀ ਨਾ ਗੁਰੂ ਨਾਨਕ ਸਾਹਿਬ ਤੋਂ, ਉਹ ਕਹਿੰਦੇ ਸ਼ਕਤੀ ਨਹੀਂ ਹੋਣੀ ਚਾਹੀਦੀ ਬੰਦੇ ਕੋਲੇ, ਕੱਲੀ ਭਗਤੀ ਹੋਣੀ ਚਾਹੀਦੀ ਆ। ਬਸ ਨਾਮ ਜਪੀ ਚੱਲੋ, ਛਿੱਤਰ ਖਾਈ ਚੱਲੋ, ਇਹਨੂੰ ਭਗਤੀ ਕਹਿੰਦੇ ਨੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਭਗਤੀ ਵੀ ਤੇ ਸ਼ਕਤੀ ਵੀ ਹੋਣੀ ਜ਼ਰੂਰੀ ਆ। ਤੇ 10ਵੇਂ ਜਾਮੇ ਦੇ ਵਿੱਚ ਇਸੇ ਕਨਸੈਪਟ ਨੂੰ ਸੰਤ ਤੇ ਸਿਪਾਹੀ ਦਾ ਰੂਪ ਦਿੱਤਾ ਗਾ। ਗੱਲ ਉਹੀ ਆ, ਨਾਮ ਚੇਂਜ ਆ। ਸੰਤ ਤੇ ਸਿਪਾਹੀ, ਸੰਤ ਭਗਤੀ ਤੇ ਸਿਪਾਹੀ ਸ਼ਕਤੀ। ਤੇਰੇ ਕੋਲੇ ਸਿਪਾਹੀ ਵਾਲਾ ਗੁਣ ਵੀ ਹੋਣਾ ਚਾਹੀਦਾ। ਬਸ ਸਿੱਧੇ ਜਿਹੇ ਸੌਖੇ ਜਿਹੇ ਲਫ਼ਜ਼ ਨੇ। ਸਿਪਾਹੀ ਚ ਕੀ ਗੁਣ ਹੁੰਦੇ ਨੇ ਤੇ ਸੰਤ ਚ ਕੀ ਗੁਣ ਹੁੰਦੇ ਨੇ? ਦੋਨੇ ਪੱਖ ਤੇਰੇ ਜੀਵਨ ਚ ਸਿੱਖਾ ਹੋਣੇ ਜ਼ਰੂਰੀ ਨੇ। ਠੀਕ ਹੈ ਨਾ? ਇਸ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਨੂੰ ਮੀਰੀ ਦਾ ਤੇ ਪੀਰੀ ਦਾ ਸੰਧਾਨ ਦਿੱਤਾ। ਸਿੱਖ ਕੋਲੇ ਭਗਤੀ ਵੀ ਹੋਵੇ ਤੇ ਭਗਤੀ ਦੀ ਰਾਖੀ ਲਈ ਸ਼ਕਤੀ ਵੀ ਹੋਵੇ। ਜਿਹਦੇ ਕੋਲੇ ਗਹਿਣੇ ਜ਼ਿਆਦੇ ਆ ਨਾ, ਜ਼ਿਆਦਾ ਮੰਨ ਲਓ ਵੀ ਧਨਾੜ ਵਿਅਕਤੀ ਆ, ਤਾਂ ਉਹਦੇ ਘਰ ਵਿੱਚ ਪਹਿਰੇਦਾਰੀ ਵੀ ਤਕੜੀ ਹੁੰਦੀ ਆ। ਤੇ ਜੇ ਬਾਬੇ ਨਾਨਕ ਨੇ ਗੁਣਾਂ ਵਾਲੀ ਭਗਤੀ ਦੀ ਦਾਤ ਦਿੱਤੀ ਹੈ ਨਾ, ਖਜ਼ਾਨਾ ਦਿੱਤਾ ਗਾ, ਤਾਂ ਪਹਿਰੇਦਾਰੀ ਸ਼ਕਤੀ ਦੀ, ਕਿਰਪਾਨ ਦੀ ਹੋਣੀ ਜ਼ਰੂਰੀ ਆ।
ਸੋ ਇਸ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਲੇ ਦੀ ਉਸਾਰੀ ਕਰਵਾਈ, ਜਿਸ ਨੂੰ ਆਪਾਂ ਅਕਾਲ ਤਖਤ ਦਾ ਨਾਮ ਯਾਦ ਕਰਦੇ ਹਾਂ। ਨੰਬਰ 2 ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਤੇ ਪੀਰੀ ਦਾ ਸੰਵਿਧਾਨ ਦਿੱਤਾ। ਇਹਨਾਂ ਚੀਜ਼ਾਂ ਨੂੰ ਵੇਖ ਕੇ ਮੁਗਲਾਂ ਦੇ ਮਤਲਬ ਕਹਿ ਲੋ, ਜਹਾਂਗੀਰ ਦੇ ਦਿਮਾਗ ਵਿੱਚ ਕਹਿ ਲੋ, ਜਿਹੜੇ ਵਿਰੋਧੀ ਧਿਰ ਨੇ ਉਹਨਾਂ ਦੇ ਦਿਮਾਗ ਵਿੱਚ ਕਹਿ ਲੋ ਗਲਤ ਫੁਰਨੇ ਬਣਨੇ ਸ਼ੁਰੂ ਹੋ ਗਏ। ਲੈ ਇਹ ਤਾਂ ਨਵੇਂ ਜੰਮ ਪਿਆ, ਪਹਿਲਾਂ ਤਾਂ ਸਾਰੇ ਭਗਤੀ ਕਰਨ ਵਾਲੇ ਸੀਗੇ, ਪਰ ਉਹਨਾਂ ਨੇ ਵੇਖੀ ਨਹੀਂ ਬਾਬੇ ਨਾਨਕ ਦੇ ਹੱਥ ਵਿੱਚ ਪਕੜੀ ਹੋਈ ਡਾਂਗ ਵੀ ਇਹ 6ਵੇਂ ਪਾਤਸ਼ਾਹ ਦੇ ਰੂਪ ਵਿੱਚ ਕਿਵੇਂ ਚੱਲਣੀ ਆ। ਪਰ ਇੱਕ ਗੱਲ ਦੇਖ ਲਈ ਵੀ ਪਹਿਲਾਂ ਤਾਂ ਬੜੇ ਨਰਮ ਜੇ ਸੀ, ਜਿਵੇਂ ਅਸੀਂ ਕਹਿੰਦੇ ਸੀ ਬਸ ਸ਼ਹੀਦੀਆਂ ਪਾ ਕੇ ਉਵੇਂ ਸਾਰਾ ਕੁਝ ਹੋ ਗਿਆ। ਇਹ ਬੜਾ ਨਵੇਕਲਾ ਗਾ, ਪਰ ਚੇਤਾ ਰੱਖਿਓ ਇਹ ਨਵੇਕਲੇ ਨਹੀਂ, ਕ੍ਰਾਂਤੀ ਲਿਆਉਣੀ ਆ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗ੍ਰਿਫਤਾਰੀ ਦਾ ਹੁਕਮ ਵੀ ਸੁਣਾਇਆ ਜਾਂਦਾ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਆਪ ਜੀ ਨੂੰ ਪਤਾ ਗਵਾਲੀਅਰ ਦੇ ਕਿਲੇ ਵਿੱਚ, ਇਹ ਤੁਸੀਂ ਸਾਰਾ ਇਤਿਹਾਸ ਜਾਣਦੇ ਹੋ, ਬੰਦ ਕਰ ਦਿੱਤਾ ਗਿਆ, ਕੈਦ ਕਰ ਦਿੱਤਾ ਗਿਆ ਨਾ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵੀ ਉੱਥੇ ਜਾਣ ਦਾ ਕੋਈ ਮਿਸ਼ਨ ਕਹਿ ਲੋ, ਇੱਕ ਪ੍ਰਮੁੱਖ ਮਿਸ਼ਨ ਸੀ। ਤੇ ਉਸ ਕਿਲੇ ਦੇ ਵਿੱਚ ਉਹਨਾਂ ਲੋਕਾਂ ਨੂੰ ਬੰਦ ਕੀਤਾ ਜਾਂਦਾ ਸੀ ਜਿਨ੍ਹਾਂ ਨੂੰ ਕਦੇ ਬਾਹਰ ਹੀ ਨਹੀਂ ਸੀ ਕੱਢਣਾ, ਹੌਲੀ ਹੌਲੀ ਵਿੱਚ ਹੀ ਖਤਮ ਹੋ ਜਾਂਦੇ ਸਨ। ਬਹੁਤ ਉੱਚੀ ਜਗ੍ਹਾ ਤੇ ਇਹ ਜਗ੍ਹਾ ਬਣਾਈ ਹੋਈ ਸੀ, ਬਹੁਤ ਉੱਚੀ ਜਗ੍ਹਾ ਤੇ ਅੱਜ ਵੀ ਦੇਖੋ ਜਦੋਂ ਆਪਾਂ ਗਵਾਲੀਅਰ ਜਾਂਦੇ ਆ ਨਾ ਤੇ ਉੱਪਰ ਚੜ੍ਹਦੇ ਆਂਗੇ, ਸਾਡੇ ਵਹੀਕਲ ਵੀ ਕਿੰਨੇ ਔਖੇ ਹੁੰਦੇ ਨੇ ਤਾਂ ਚੜ੍ਹਨ ਲੱਗਿਆ ਉੱਚੀ ਜਗ੍ਹਾ ਤੇ। ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉੱਥੇ ਜਾਣਾ ਵੀ ਇੱਕ ਪਰਉਪਕਾਰੀ ਕਾਰਜ ਸੀ। ਤੇ ਇੱਥੇ ਸੰਖੇਪ ਇੱਕ ਦੋ ਗੱਲਾਂ ਕਹਿ ਦਈਏ ਆਪਾਂ, ਫਿਰ ਅੱਗੇ ਮਾਲਕ ਕਿਰਪਾ ਕਰੂਗਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਗਵਾਲੀਅਰ ਦੀ ਕੈਦ ਵਿੱਚ ਜਹਾਂਗੀਰ ਨੇ ਕੈਦ ਕਰਤਾ ਨਾ, ਤੇ ਉਸ ਟਾਈਮ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇੱਕ ਰੱਬੀ ਨਾਮ ਨਾਲ ਜੋੜਨ ਦੀ ਕਲਾਸ ਲਾਈ। ਉਹਨਾਂ ਦਾ ਧਿਆਨ ਜਿਹੜਾ 24 ਘੰਟੇ ਰੋਣ ਕਰਲਾਪ ਵਿੱਚ ਲੱਗਿਆ ਰਹਿੰਦਾ ਸੀ ਨਾ, ਦੁੱਖਾਂ ਦੇ ਵਿੱਚ ਫਸੇ ਹੋਏ ਸੀ, ਉਹਨਾਂ ਦਾ ਧਿਆਨ ਦੁੱਖਾਂ ਵਾਲੇ ਪਾਸੇ ਤੋਂ ਪੱਟਿਆ। ਇਹ ਸਿਆਣੇ ਬੰਦਿਆਂ ਨੂੰ ਤਰੀਕਾ ਹੁੰਦਾ ਹੈਗਾ। ਮੰਨ ਲਓ ਅੱਜ ਕਿਸੇ ਦੇ ਘਰੇ ਮਰਗ ਹੁੰਦੀ ਹੈ ਨਾ, ਅੱਜ ਤਾਂ ਬਣ ਗਈ ਰਸਮ, 5 ਦੀ ਟੋਲੀ ਬਣ ਗਈ, 10 ਦੀ ਟੋਲੀ ਬਣ ਗਈ, ਮਾਫ ਕਰਨਾ ਜਿਹਦੇ ਘਰੇ ਅਸੀਂ ਬੈਠਣ ਜਾਂਦੇ ਆ ਨਾ ਉਹ ਸਾਡੇ ਤੋਂ ਤੰਗ ਆ, ਇੰਨਾ ਜ਼ਰੂਰ ਧਿਆਨ 'ਚ ਰੱਖਣਾ। ਉਹ ਬੋਰ ਹੋਏ ਬੈਠੇ ਨੇ, ਦੁਖੀ ਨੇ, ਕਹਿੰਦੇ ਨਾ ਤਾਂ ਕੁਝ ਕਰਨ ਜੋਗੇ ਆ ਨਾ ਕਿਸੇ ਨੂੰ ਹਟਾਉਣ ਜੋਗੇ ਆ। ਪਰ ਉਹਦਾ ਮਤਲਬ ਕੀ ਸੀ? ਉਹਦਾ ਮਤਲਬ ਕੀ ਸੀ? ਕਾਰਨ ਕੀ ਸੀ? ਜਿਹੜੇ ਬੰਦੇ ਦੇ ਘਰੇ ਕੋਈ ਤਕਲੀਫ ਆ ਕਿਸੇ ਵੀ ਤਰ੍ਹਾਂ ਦੀ, ਕੋਈ ਮਰਗ ਹੋ ਗਈ, ਕੋਈ ਦੁੱਖ ਇਦਾਂ ਦਾ ਆ ਗਿਆ, ਤੇ ਜਿਹੜਾ ਵਿਅਕਤੀ ਦੂਰੋਂ ਜਾ ਰਿਹਾ ਨਾ ਚੱਲ ਕੇ, ਉਹਨੇ ਰਸਮ ਨਹੀਂ ਪੂਰੀ ਕਰਨੀ ਵੀ ਮੈਂ ਗਿਆ ਤੇ ਆਇਆ। ਅੱਜ ਰਸਮ ਬਣ ਗਈ, ਮਾਫ ਕਰਨਾ, ਵੀ ਮੂੰਹ ਜਾ ਦਿਖਾਇਓ, ਹਾਂ ਵੀ ਹਾਂ ਦਾ ਨਾਰਾ ਮਾਰਿਆ ਸੀ, ਫਲਾਨਾ ਵੀ ਆ ਕੇ ਗਿਆ ਸੀ। ਇਹਦਾ ਮਤਲਬ ਨਹੀਂ। ਮਤਲਬ ਕੀ ਆ? ਅਸੀਂ ਜਾ ਕੇ ਉਹਦੇ ਤੇ ਕਲਾਸ ਲਾਉਣੀ ਹੁੰਦੀ ਆ, ਉਹਦੇ ਤੇ ਜਾ ਕੇ ਨਾ ਕਲਾਸ ਲਾਉਣੀ ਹੁੰਦੀ ਆ। ਉਹਦਾ ਜਿਹੜਾ ਧਿਆਨ ਆ ਉਹ ਦੁੱਖ ਦੇ ਵਿੱਚ ਫਸਿਆ ਹੁੰਦਾ ਗਾ, ਹਾਏ ਮਰ ਗਿਆ ਮੇਰੇ ਘਰੇ, ਕੀ ਬਣੂ ਮੇਰਾ। ਉਹਨੂੰ ਇਸ ਚੀਜ਼ ਚੋਂ ਕੱਢਣਾ ਹੁੰਦਾ ਜਾ ਕੇ। ਕੋਈ ਬਿਮਾਰ ਹੈਗਾ, ਮੰਜੇ ਤੇ ਪਿਆਗਾ, ਉਹਨੂੰ ਵੀ ਭਾਵ ਉਧਰਲੇ ਪਾਸੋਂ ਧਿਆਨ ਪੱਟਣਾ ਹੁੰਦਾ ਉਹਦਾ। ਭੱਜ ਧਿਆਨ ਪੱਟਣ ਵਾਲਾ ਕੰਮ ਕੌਣ ਕਰਦਾ ਗਾ? ਧਿਆਨ ਤਾਂ ਕੋਈ ਵੀ ਨਾ ਪੱਟਦਾ ਗਾ। ਗਏ ਸੀ ਮੁੜਿਆ, ਚਾਹ ਪੀ ਕੇ ਮੁੜਿਆ। ਸੋ ਵਾਹਿਗੁਰੂ ਭਲਾ ਕਰੇ। ਸਾਨੂੰ ਇਹਨਾਂ ਗੱਲਾਂ ਦਾ ਜੇ ਪਤਾ ਲੱਗ ਜੇ ਤਾਂ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਤਬਦੀਲ ਕਰ ਸਕਦੇ ਹਾਂ, ਚੇਂਜ ਕਰ ਸਕਦੇ ਹਾਂ। ਰਸਮ ਨੂੰ ਛੱਡ ਕੇ ਅਗਲੇ ਦਾ ਦੁੱਖਾਂ ਵਾਲੇ ਪਾਸਿਓਂ ਧਿਆਨ ਪੱਟਣਾ, ਇਹ ਬੰਦੇ ਜਿਹੜੇ ਜਾਂਦੇ ਆ ਨਾ ਦੁੱਖ ਆਪਾਂ ਕਹਿੰਦੇ ਸਾਂਝਾ ਕਰਨ ਗਏ ਨੇ, ਉਹਨਾਂ ਦਾ ਕੰਮ ਹੁੰਦਾ ਗਾ। ਤੇ 10ਵੇਂ ਆਪਣਾ 6ਵੇਂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਗਵਾਲੀਅਰ ਦੇ ਕੈਦ ਵਿੱਚ ਬੰਦ ਰਾਜਿਆਂ ਦਾ, ਜਿਹੜਾ ਦਾ ਧਿਆਨ ਇੱਕ ਚੀਜ਼ ਤੇ ਖੜਾ ਸੀ, ਹਾਏ ਕੀ ਬਣੂਗਾ, ਮਰ ਗਏ, ਬਹੁਤ ਦੁਖੀ ਆ, ਬੜੀ ਤਕਲੀਫ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੁਸਕਰਾਏ, ਹੱਸੇ। ਗੁਰੂ ਪਾਤਸ਼ਾਹ ਨੇ ਮਜ਼ਾਕ ਦੀਆਂ ਗੱਲਾਂ ਵੀ ਕੀਤੀਆਂ ਹੋਣਗੀਆਂ। ਤੇ ਹੁਣ ਸਾਡੀ ਕੀ ਕਹਾਵਤ ਆ, ਨਹੀਂ ਰੋਣਾ ਕਹਿੰਦੇ ਰੋਂਦਿਆਂ ਵਰਗਾ ਮੂੰਹ ਕਰ ਲੋ। ਉਹ ਤਾਂ ਪਹਿਲਾਂ ਹੀ ਰੋਈ ਜਾਂਦੇ ਨੇ, ਰੋਂਦਿਆਂ ਵਰਗਾ ਅਸੀਂ ਮੂੰਹ ਕਰ ਲਿਆ। ਤੇ ਹੋ ਕੀ ਗਿਆ? ਉਹ ਵੀ ਦੁਖੀ ਸੀ, ਨਾਲ ਅਸੀਂ ਵੀ ਉੱਥੇ ਦੁਖੀਆਂ ਵਾਲਾ ਨਮੂਨਾ ਜਿਹਾ ਬਣਾ ਕੇ 20-25 ਮਿੰਟ ਬੈਠ ਕੇ ਮੁੜੇ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾ ਕੇ ਉੱਥੇ ਮਜ਼ਾਕ ਵੀ ਕੀਤਾ ਹੋਣਾ। ਕਿਉਂ?
ਕਿਉਂਕਿ ਉਹਨਾਂ ਬੰਦਿਆਂ ਨੂੰ ਲੋੜ ਸੀ ਕਾਹਦੀ? ਥੋੜਾ ਬਹੁਤਾ ਆਨੰਦ ਵਿੱਚ ਆਉਣ ਦੀ, ਹਾਸੀ ਵਿੱਚ ਆਉਣ ਦੀ, ਉਹਨਾਂ ਨੂੰ ਰੋਣ ਕਰਲਾ ਵਿੱਚੋਂ ਕੱਢਣ ਦੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਣੀ ਦਾ ਪ੍ਰਭਾਵ ਵੀ ਚਲਾਇਆ, ਉਹਨਾਂ ਨੂੰ ਰੋਣ ਕਰਲਾਉਣ ਤੋਂ ਮੁਕਤ ਕਰਕੇ ਹਾਸੀ ਠੱਠਾ ਵੀ ਕੀਤਾ, ਤੇ ਨਾਲ ਖਾਸ ਗੱਲ ਖਾਣਾ ਰੋਕ ਦਿੱਤਾ। ਕਿਸੇ ਨੇ ਪਾਣੀ ਨਹੀਂ ਪੀਣਾ, ਕੋਈ ਗੱਲ ਨਹੀਂ, ਆਪੇ ਤੁਹਾਡੇ ਕੋਲ ਸ਼ੁੱਧ ਪਾਣੀ ਆਊਗਾ, ਰੌਲਾ ਪਾਓ। ਕਿਸੇ ਨੇ ਖਾਣਾ ਨਹੀਂ ਖਾਣਾ, ਜਿਹੜਾ ਤੁਸੀਂ ਖਾਣਾ ਖਾ ਰਹੇ ਹੋ ਇਹਦੇ ਵਿੱਚ ਜ਼ਹਿਰ ਮਿਲਿਆ ਹੋਇਆ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗਵਾਲੀਅਰ ਦੀ ਕੈਦ ਵਿੱਚ ਖਾਣਾ ਦਰੋਗਾ ਹਰੀਦਾਸ ਦੇ ਘਰੋਂ ਬਣ ਕੇ ਜਾਂਦਾ ਸੀ। ਇਹ ਹਰੀਦਾਸ ਦਰੋਗਾ ਨਾ ਸਰਕਾਰੀ ਮੁਲਾਜ਼ਮ ਆ, ਪਰ ਗੁਰੂ ਹਰਗੋਬਿੰਦ ਸਾਹਿਬ ਨਾਲ ਬੜਾ ਪਿਆਰ ਹੈਗਾ, ਬਹੁਤ ਜ਼ਿਆਦਾ ਪਿਆਰ ਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਦੋਂ ਭੋਜਨ ਜਾਂਦਾ ਨਾ, ਤਾਂ ਉਹ ਭੋਜਨ ਦੇ ਵਿੱਚੋਂ ਕਿਣਕਾ ਕਿਣਕਾ ਸਾਰਿਆਂ ਨੂੰ ਭੋਜਨ ਮਿਲ ਜਾਂਦਾ ਸੀ। ਜਦੋਂ ਏਦਾਂ ਦੇ ਕੰਮ ਸ਼ੁਰੂ ਹੋ ਗਏ ਤਾਂ ਕੁਦਰਤੀ ਤੌਰ ਉਹਨਾਂ ਦਾ ਸਾਰਿਆਂ ਦਾ ਧਿਆਨ ਦੁੱਖਾਂ ਵਾਲੇ ਪਾਸੋਂ ਪੱਟਿਆ ਗਿਆ, ਥੋੜਾ ਜਿਹਾ ਹੌਸਲਾ ਮਿਲ ਗਿਆ, ਉਹਨਾਂ ਨੂੰ ਸਕੂਨ ਮਿਲਣ ਲੱਗ ਗਿਆ। ਤੇ ਜਿੱਦਾਂ ਚਲੋ ਤੁਸੀਂ ਜਾਣਦੇ ਹੋ ਵੀ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਰਿਹਾ ਕਰਨਾਗਾ, ਤੇ ਉਸ ਦਿਨ ਰਾਜਾ ਨੇ ਕੀ ਕਿਹਾ ਸੀਗਾ? ਸਾਨੂੰ ਛੱਡ ਕੇ ਨਾ ਜਾ। ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੁਛ ਦਿੱਤਾ ਕੈਦ ਵਿੱਚ ਜਾ ਕੇ, ਫੇਰ ਹੀ ਅਗਲਾ ਕਹਿੰਦਾ ਨਾ ਸਾਨੂੰ ਛੱਡ ਕੇ ਨਾ ਜਾ, ਜਾਂ ਤਾਂ ਰਹਿ ਪੈ ਇੱਥੇ ਤੇ ਜਾਂ ਨਾਲ ਲੈ ਕੇ ਜਾ, ਦੋਨਾਂ ਵਿੱਚੋਂ ਇੱਕ ਕੰਮ ਕਰ ਲਾ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਹਾਂਗੀਰ ਨੂੰ ਕੀ ਕਿਹਾ ਸੀ? ਵੀ ਅਸੀਂ ਇਕੱਲੇ ਨਹੀਂ ਬਾਹਰ ਆਵਾਂਗੇ, ਇਹਨਾਂ ਨੂੰ ਵੀ ਨਾਲ ਤੋਰੋ, ਇਹਨਾਂ ਨੂੰ ਵੀ ਨਾਲ ਤੋਰੋ, ਇਹਨਾਂ ਨੂੰ ਵੀ। ਤੇ ਜਹਾਂਗੀਰ ਨੇ ਕੀ ਕਿਹਾ? ਕਹਿੰਦਾ ਚੰਗਾ, ਜਿੰਨਾ ਕ ਪੱਲਾ ਫੜ ਕੇ ਲਿਆਉਣਗੇ ਨਾ, ਪੱਲਾ ਕਲੀਆਂ ਕਹਿ ਲੋ, ਪੱਲਾ ਕਹਿ ਲੋ ਤੁਹਾਡੇ ਚੋਲੇ ਦਾ, ਤੇ ਉਹਨਾਂ ਨੂੰ ਬਾਹਰ ਕੱਢ ਲਿਆਓ। ਤੇ ਚੇਤਾ ਰੱਖਿਓ, ਪੱਲਾ ਫੜਨ ਵਾਲੇ ਸਾਰੇ ਤਿਆਰ ਸੀ, ਸਾਰਿਆਂ ਨੇ ਪੱਲਾ ਫੜ ਲਿਆ ਸੀ ਗੁਰੂ ਸਾਹਿਬ ਦਾ। ਜਿਨ੍ਹਾਂ ਜਿਨ੍ਹਾਂ ਨੇ ਪੱਲਾ ਫੜਿਆ, ਫਿਰ ਪਾਤਸ਼ਾਹ ਜੀ ਨੇ ਸਾਰੀ, ਇੱਕ ਵੀ ਨਹੀਂ ਰਿਹਾ ਪਿੱਛੇ। ਉਸ ਤੋਂ ਬਾਅਦ ਤਾਂ ਉਹ ਕੈਦਖਾਨਾ ਬੰਦ ਹੀ ਹੋ ਗਿਆ ਸੀਗਾ, ਅੱਜ ਵਿਹਲਾ ਪਿਆ ਗਾ। ਜਾ ਕੇ ਦਰਸ਼ਨ ਕਰਕੇ ਉਹ ਗਵਾਲੀਅਰ, ਅੱਜ ਉਹ ਕੈਦਖਾਨਾ ਜਿੱਥੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੰਦ ਸੀ ਨਾ, ਉਹ ਵਿਹਲਾ ਪਿਆ ਗਾ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਾਰਿਆਂ ਨੂੰ ਲਿਆਏ। ਹੁਣ ਉੱਥੇ ਸਿੱਧ ਕੀ ਹੋ ਗਿਆ? ਜਿਨ੍ਹਾਂ ਨੇ ਪੱਲਾ ਫੜਿਆ ਉਹ ਤਰ ਗਏ। ਤੇ ਸਿੱਖਾ ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਪੱਲਾ ਫੜ ਲਾ, ਉਹ ਤਰ ਜਾਏਗਾ। ਛੱਡ ਦੇ ਪਖੰਡੀਆਂ ਦਾ ਪੱਲਾ, ਛੱਡ ਦੇ ਤੈਨੂੰ ਭਾਵ ਜਿਹੜੇ ਨਾ ਅੰਦਰੋਂ ਬੁਝਾ ਰਹੇ ਨੇ ਉਹਨਾਂ ਦਾ ਪੱਲਾ, ਤੈਨੂੰ ਜਿਹੜੇ ਨਾ ਅੰਦਰੋਂ ਖੋਖਲਾ ਕਰ ਰਹੇ ਨੇ ਉਹਨਾਂ ਦਾ ਪੱਲਾ ਛੱਡ ਦੇ, ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪੱਲਾ ਪਕੜ ਲੈ। ਜੇ ਉਹਨਾਂ ਨੇ ਪੱਲਾ ਪਕੜਿਆ, ਉਹ ਕੈਦਖਾਨੇ ਚੋਂ ਰਿਹਾ ਹੋ ਗਏ। ਅੱਜ ਪੱਲਾ ਪਕੜ ਲਵੇਂਗਾ, ਅੱਜ ਬਕਾਰਾਂ ਦੀ ਕੈਦ ਵਿੱਚੋਂ ਰਿਹਾ ਹੋ ਜਾਵੇਗਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਚਲੋ ਆਪਾਂ ਸੌਖਾ ਥੋੜੇ ਟਾਈਮ ਦੇ ਵਿੱਚ ਇਹ ਗੱਲ ਕਰਤੀ ਵੀ ਉੱਥੇ ਗਏ ਤੇ ਰਿਹਾ ਹੋ ਕੇ ਨਾਲ ਕਿੰਨਾਂ ਨੂੰ ਲੈ ਕੇ ਆਏ ਨੇ। ਇਹਦੇ ਸੰਨ ਦਾ ਜਿਹੜਾ ਹਾਦਸਾ ਗਾ, ਤਾਂ ਉਸ ਟਾਈਮ ਤੇ ਇੱਕ ਪਰੰਪਰਾ ਚੱਲੀ ਸੀ। ਉਹ ਕਿਹੜੀ ਪਰੰਪਰਾ ਗਈ, ਕਿਹੜੀ ਰੀਤ ਆ ਗਈ? ਬਾਬਾ ਬੁੱਢਾ ਜੀ ਬਿਲਕੁਲ ਬੁੱਢੇ ਹੋ ਚੁੱਕੇ ਨੇ, 100 ਸਾਲ ਤੋਂ ਇਹਨਾਂ ਦੀ ਉਮਰ ਟੱਪ ਚੁੱਕੀ ਆ, ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚੋਂ ਇਹਨਾਂ ਨੂੰ ਰਿਟਾਇਰਮੈਂਟ ਮਿਲ ਗਈ ਸੀ। ਇਹਨਾਂ ਨੂੰ ਮਤਲਬ ਕਿ ਸੇਵਾ ਮੁਕਤ ਕਰਤਾ ਸੀ, ਵੀ ਤੁਸੀਂ ਆਪਣੀ ਮਨ ਦੀ ਭਾਵਨਾ ਮੁਤਾਬਕ ਜਿਹੜੀ ਮਰਜ਼ੀ ਸੇਵਾ ਕਰੋ, ਤੇ ਪਰ ਤੁਸੀਂ ਬੰਨਵੀਂ ਸੇਵਾ ਨਹੀਂ ਕਰਨੀ, ਤੁਹਾਡੀ ਡਿਊਟੀ ਕੋਈ ਨਹੀਂ ਗੀ। ਤੇ ਚੇਤਾ ਰੱਖਿਓ, ਇਸ ਟਾਈਮ ਤੇ ਨਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਰੇ ਬਾਬਾ ਬੁੱਢਾ ਜੀ ਨੂੰ ਪਤਾ ਲੱਗਿਆ, ਤੇ ਬਾਬਾ ਬੁੱਢਾ ਜੀ ਨੇ ਇੱਕ ਪ੍ਰਚਾਰ ਕੀਤਾ। ਬਜ਼ੁਰਗਾਂ ਨਾਲ ਤਜਰਬੇਕਾਰ ਆ, ਨੌਜਵਾਨਾਂ ਨੂੰ ਕੀ ਕਿਹਾ? ਪੁੱਤਰੋ ਉੱਠੋ, ਉੱਠੋ, ਟੋਲੀਆਂ ਬਣਾਓ, ਤੇ ਟੋਲੀਆਂ ਬਣਾ ਕੇ ਆਪਾਂ ਕਰਨਾ ਕੀ ਆ? ਰੱਬ ਦਾ ਜਸ ਕਰਨਾ, ਰੱਬ ਦਾ ਜਸ ਕਰਨਾਗਾ। ਉਦਾਂ ਦਿਨ ਦਿਹਾੜੇ ਗੁਰੂ ਹਰਗੋਬਿੰਦ ਸਾਹਿਬ ਤੱਕ ਪਹੁੰਚਣ ਦੇ ਲਈ ਲੋਕਾਂ ਨੂੰ, ਸੰਗਤ ਨੂੰ ਕਹਿ ਲੋ, ਮਨਾ ਕੀਤਾ ਹੋਇਆ ਸੀ। ਉੱਥੋਂ ਤੱਕ ਤੁਸੀਂ ਜਾ ਨਹੀਂ ਸਕਦੇ। ਇੱਕ ਵਿਉਂਤ ਬਣਾਈ। ਦੇਖੋ ਸਿੱਖਾਂ ਦਾ ਦਿਮਾਗ, ਬਾਬਾ ਬੁੱਢਾ ਜੀ ਹੋਰਾਂ ਦਾ ਦਿਮਾਗ ਕਿੰਨਾ ਸੋਹਣਾ ਤੇ ਸੁਚੱਜਾ ਦਿਮਾਗ ਆ। ਇੱਕ ਵਿਉਂਤ ਬਣਾਈ, ਆਪਾਂ ਪਹੁੰਚ ਕਿਵੇਂ ਕਰੀਏ, ਕਿਵੇਂ ਚੱਲ ਗਏ ਉੱਥੋਂ ਤੱਕ? ਉੱਥੇ ਦੀਨ ਦੁਨੀਆ ਦਾ ਬਾਲੀ ਬੈਠਾ ਨਾ, ਉੱਥੋਂ ਤੱਕ ਪਹੁੰਚਣਾ। ਟੋਲੀਆਂ ਬਣੀਆਂ, ਇੱਕ ਟੋਲੀ ਨੇ 2 ਪਿੰਡ ਕੱਢੇ, ਨਾਲੋਂ ਪਿੰਡ ਚੋਂ ਲੋਕ ਇਕੱਠੇ ਹੋਏ, ਉਹ ਜਿਨ੍ਹਾਂ ਨੂੰ ਕੰਮ ਉਹ ਵਾਪਸ ਮੁੜੇ, ਅੱਗੇ ਨਵੇਂ ਹੋਰ ਜੁੜੇ, ਉਹ ਅੱਗੇ ਹੋਰ ਤੁਰ ਪਏ, ਹੋਰ ਜੁੜੇ, ਹੋਰ ਤੁਰ ਪਏ। ਏਦਾਂ ਟੋਲੀਆਂ ਬਣਦੀਆਂ ਟੋਲੀਆਂ ਦਰਬਾਰ ਸਾਹਿਬ ਤੋਂ ਤੁਰਦੀਆਂ ਨੇ ਤੇ ਗਵਾਲੀਅਰ ਤੱਕ ਪਹੁੰਚ ਜਾਂਦੀਆਂ ਨੇ। ਇਹਨਾਂ ਨੂੰ ਕੀ ਕਿਹਾ ਜਾਂਦਾ ਸੀ? ਜਿਹੜੀਆਂ ਨੂੰ ਅੱਜ ਅਸੀਂ ਕਹਿੰਦੇ ਆ ਪ੍ਰਭਾਤ ਫੇਰੀ, ਅੰਮ੍ਰਿਤ ਵੇਲੇ ਦੀ ਨੇਰੇ ਨੇਰੇ ਕਿਉਂ ਕੀਤੀ ਜਾਂਦੀ ਆ ਇਹ?
ਅੱਜ ਇਹਦਾ ਮਿਸ਼ਨ ਕੁਝ ਹੋਰ ਹੋ ਸਕਦਾ, ਪ੍ਰਭਾਤ ਫੇਰੀ ਦਾ ਅੱਜ ਇਹਦਾ ਮਿਸ਼ਨ ਕੁਝ ਹੋਰ ਹੋ ਸਕਦਾਗਾ, ਪਰ ਉਹਨਾਂ ਟਾਈਮਾਂ ਦੇ ਵਿੱਚ ਤੜਕੇ ਨਹੀਂ ਸ਼ੁਰੂ ਕੀਤੀਆਂ ਸੀ। ਜਦੋਂ ਦਿਨ ਸਿਪ ਗਿਆ ਨਾਲ ਦੀ ਨਾਲ ਚਾਲੇ ਪਾਉਂਦੇ ਸੀ। ਚੌਂਕੀ ਮਤਲਬ ਚੌਂਕੀਆਂ ਦੇ ਰੂਪ ਵਿੱਚ ਇਸ ਚੀਜ਼ ਨੂੰ ਬਦਲਿਆ ਗਿਆ। ਰਾਤ ਦੇ ਪਹਿਲੇ ਪਹਿਰ ਦੀ ਚੌਂਕੀ, ਸੋਦਰ ਦੀ ਚੌਂਕੀ ਰਹਿਰਾਸ ਸਾਹਿਬ ਸੂਰਜ ਛਿਪਣ ਤੇ ਹੁੰਦੀ ਹੈ ਨਾ, ਤੇ ਸੂਰਜ ਛਿਪਣ ਤੇ ਸੋਦਰ ਦੀ ਚੌਂਕੀ, ਅੱਗੇ ਰਾਤ ਦੇ ਦੂਜੇ ਪਹਿਰ ਦੀ ਚੌਂਕੀ, ਰਾਤ ਦੇ ਫਿਰ ਤੀਜੇ ਪਹਿਰ ਵਾਹਿਗੁਰੂ ਅੰਮ੍ਰਿਤ ਵੇਲੇ ਦੀ ਚੌਂਕੀ, ਫਿਰ ਉਸ ਤੋਂ ਬਾਅਦ ਦਿਨ ਚੜ੍ਹਨ ਦੀ ਚੌਂਕੀ। ਦਿਨ ਚੜ੍ਹਦੇ ਤੱਕ ਕਿੰਨੇ ਪਿੰਡ ਇਹ ਲੋਕ ਸਾਡੇ ਪਿਆਰੇ ਰੱਬੀ ਪਿਆਰੇ ਕਵਰ ਕਰ ਜਾਂਦੇ ਸਨ, ਤੇ ਇਦਾਂ ਟੋਲੀਆਂ ਬਣਾ ਕੇ ਨਾ ਫੇਰੀਆਂ ਦੇ ਰੂਪ ਚ, ਜਸ ਕਰਨ ਦੇ ਰੂਪ ਚ, ਤੇ ਗੁਰੂ ਹਰਗੋਬਿੰਦ ਸਾਹਿਬ ਤੱਕ ਬਾਬਾ ਬੁੱਢਾ ਜੀ ਦੇ, ਭਾਈ ਗੁਰਦਾਸ ਜੀ ਦੇ ਕਹਿਣ ਤੇ, ਅਨੇਕਾਂ ਰੱਬੀ ਮਰ ਜੀਵੜੇ ਗੁਰਸਿੱਖਾਂ ਦੇ ਕਹਿਣ ਤੇ ਨੌਜਵਾਨਾਂ ਨੇ ਟੋਲੀਆਂ ਬੰਨ ਗਵਾਲੀਅਰ ਤੱਕ ਪਹੁੰਚਣਾ ਸ਼ੁਰੂ ਕਰਤਾ ਸੀ। ਉਸੇ ਟੋਲੀਆਂ ਦੇ ਰੂਪ ਚ ਸਮੇਂ ਨੂੰ ਚੌਂਕੀਆਂ ਦਾ ਰੂਪ ਦਿੱਤਾ ਗਿਆ, ਤੇ ਇਸ ਤੁਰ ਫਿਰ ਕੇ ਰੱਬ ਦਾ ਜਸ ਕਰਨਾ, ਤੇ ਅੱਗੇ ਇੱਕ ਪਿੰਡ ਚੋਂ ਦੂਜੇ ਪਿੰਡ 'ਚ ਨਿਕਲ ਜਾਣਾ, ਦੂਜੇ ਚੋਂ ਤੀਜੇ 'ਚ ਨਿਕਲ ਜਾਣਾ। ਦਿਨੇ ਪਾਬੰਦੀ ਸੀ, ਰਾਤ ਨੂੰ ਇਹ ਕੰਮ ਹੋਣ ਲੱਗ ਗਿਆ, ਤੇ ਉਸ ਟਾਈਮ ਤੇ ਇਸ ਚੀਜ਼ ਨੂੰ ਕਿਹਾ ਗਿਆ ਫੇਰੀਆਂ ਦਾ ਰੂਪ ਦਿੱਤਾ ਗਿਆ, ਤੇ ਜਿਹੜੀ ਅੱਜ ਪ੍ਰਭਾਤ ਫੇਰੀ ਦਾ ਰੂਪ ਧਾਰਨ ਕਰ ਗਈ। ਸ਼ਾਇਦ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਬਾਰੇ ਤੁਹਾਨੂੰ ਪਤਾ ਗਾ, ਸ਼ਾਬਾਸ਼ੇ ਦੇ ਪਾਤਰੋਂ ਆਪਾਂ ਗੁਰੂ ਪਾਤਸ਼ਾਹ ਦੀ ਗੱਲ ਸੁਣਦੇ ਆ, ਸਮਝਦੇ ਆ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਵਿੱਚ ਬੰਦ ਨੇ, ਤਾਂ ਉੱਥੇ ਪਰਿਕਰਮਾ ਕਰਕੇ ਪੁਰਾਣੇ ਸੱਜਣ ਮੁੜ ਆਉਂਦੇ ਨੇ, ਤੇ ਨਵੇਂ ਸੱਜਣ ਹੋਰ ਵਗ ਜਾਂਦੇ ਨੇ। ਪੁਰਾਣੇ ਮੁੜ ਆਉਂਦੇ ਨੇ, ਨਵੇਂ ਹੋਰ ਵਗ ਜਾਂਦੇ ਨੇ। ਜਹਾਂਗੀਰ ਦੇ ਭਾਅ ਦੀ ਬਣ ਗਈ, ਇਹ ਤਾਂ ਬੜੇ ਆਉਣ ਲੱਗੇ ਲੋਕ। ਕਿਹੜੇ ਰੂਪ ਚ ਆਉਂਦੇ ਨੇ? ਰੱਬ ਦਾ ਜਸ ਕਰਨ ਦੇ ਰੂਪ ਚ ਆਉਂਦੇ ਨੇ। ਆਉਂਦੇ ਵੀ ਜਸ ਕਰਦੇ ਆ, ਇੱਥੇ ਵੀ ਜਸ ਕਰਦੇ ਆ। ਇੰਨੇ ਸ਼ਾਂਤਮਈ ਲੋਕ ਨੇ। ਅਖੀਰ ਮਤਲਬ ਕਿ ਕੁਝ ਉਪਰਾਲਾ ਜਹਾਂਗੀਰ ਨੂੰ ਛੱਡਣ ਦਾ ਕਰਨਾ ਪਿਆ। ਸਾਈਂ ਮੀਆਂ ਮੀਰ ਵਰਗਿਆਂ ਦਾ ਸੰਬੰਧ ਜੁੜਿਆ ਹੋਇਆ ਨਾ, ਮਤਲਬ ਛੱਡਣਾ ਪਿਆ। ਸਾਰਿਆਂ ਦੇ ਕਹਿਣ ਤੇ ਕਹਿ ਲੋ, ਖੁਦ ਹੀ ਉਹਨੂੰ ਕਹਿ ਲੋ ਅਹਿਸਾਸ ਹੋਇਆ ਇਸ ਗੱਲ ਦਾ। ਬੜਾ ਕੁਛ ਇੱਥੇ ਇਤਿਹਾਸਕਾਰਾਂ ਨੇ ਲਿਖਿਆ ਜੀ, ਉਹਨੂੰ ਰਾਤ ਨੂੰ ਸੁਪਨੇ ਆਉਂਦੇ ਸੀ, ਰਾਤ ਨੂੰ ਗੁਰੂ ਹਰਗੋਬਿੰਦ ਸਾਹਿਬ ਸ਼ੇਰ ਦੇ ਰੂਪ ਚ ਉਹਦੀ ਹਿੱਕ ਤੇ ਡਿੱਗ ਪੈਂਦੇ ਸੀ। ਨਹੀਂ, ਸਾਡਾ ਬਾਬਾ ਇਦਾਂ ਦਾ ਨਹੀਂ ਹੈ ਵੀ ਕਿਸੇ ਨੂੰ ਇਦਾਂ ਸੁਪਨੇ ਚ ਤੰਗ ਕਰੂਗਾ, ਪਰ ਉਹਨੂੰ ਅਹਿਸਾਸ ਹੋਇਆ ਵੀ ਜੋ ਮੈਂ ਕਰ ਰਿਹਾ ਗਲਤ ਕਰ ਰਿਹਾਗਾ, ਜੋ ਕਰ ਰਿਹਾਗਾ ਗਲਤ ਕਰ ਰਿਹਾਗਾ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੂੰ ਰਿਹਾ ਕੀਤਾ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦ ਵਾਪਸ ਪਰਤਦੇ ਨੇ ਦੁਨੀਆ ਦੇ ਵਿੱਚ, ਤਾਂ ਉਸ ਟਾਈਮ ਤੇ ਖੁਸ਼ੀ ਦੇ ਵਿੱਚ ਰੱਬੀ ਪਿਆਰੇ ਪਰਿਵਾਰਾਂ ਨੇ ਦੀਵੇ ਜਗਾਏ। ਖੁਸ਼ੀ ਦੇ ਵਿੱਚ ਦੀਵੇ ਵਾਲੇ ਨਾ, ਜਿਵੇਂ ਦਿੱਲੀ ਮੋਰਚਾ ਜਿੱਤਣ ਤੋਂ ਬਾਅਦ ਬਹੁਤੇ ਉਹ ਪਰਿਵਾਰਾਂ ਦੀ ਤੁਸੀਂ ਵੀਡੀਓ ਵੇਖੀ ਹੋਣੀ ਆ, ਜਿਨ੍ਹਾਂ ਨੇ ਘਰੇ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਐਂਟਰ ਹੋਣ ਤੋਂ ਪਹਿਲਾਂ ਦੀਵੇ ਬਾਲ ਕੇ ਸਵਾਗਤ ਕੀਤਾ। ਇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਸ ਬੰਦੀ ਛੋੜ ਦਿਵਸ ਤੇ ਦੁਨੀਆ ਨੇ ਦੀਵੇ ਵਾਲੇ। ਉੱਥੋਂ ਆਪਾਂ ਨੂੰ ਪਤਾ ਵੀ ਜਿਹੜੀ ਦੀਵਾਲੀ ਆ, ਇਹਦਾ ਕੋਈ ਨਾ ਕੋਈ ਪੱਖ ਤਾਂ ਜਾ ਕੇ ਜੁੜਦਾ ਰਾਮਚੰਦਰ ਨਾਲ, ਤੇ ਇੱਕ ਪੱਖ 10ਵੇਂ ਵਾਹਿਗੁਰੂ 6ਵੇਂ ਪਾਤਸ਼ਾਹ ਨਾਲ ਜੁੜਦਾ, ਤੇ 6ਵੇਂ ਪਾਤਸ਼ਾਹ ਨਾਲ ਜੁੜੇ ਹੋਏ ਪੱਖ ਨੂੰ ਤੇ ਰਾਮਚੰਦਰ ਦੇ ਪੱਖ ਨੂੰ ਚਲਾਕੀ ਦੇ ਨਾਲ ਇਕੱਠਾ ਕਰਤਾ। ਚਲਾਕੀ ਦੇ ਨਾਲ ਨਾ ਗੈਰਾਂ ਨੇ ਇਕੱਠਾ ਕਰਤਾ। ਇੱਕ ਮੈਂ ਵਿੱਚੋਂ ਦੀ ਹੋਰ ਗੱਲ ਕਹਿਦਾ, ਵੈਸੇ ਮਾਫ ਕਰਨਾ, ਇਹ ਸਮਝਣ ਵਾਸਤੇ ਗੱਲ ਆ ਗਈ, ਕਿਉਂਕਿ ਜਿੰਨਾ ਆਪਾਂ ਸੁਣੀ ਜਾਵਾਂਗੇ, ਪੜ੍ਹੀ ਜਾਵਾਂਗੇ, ਨਵੀਆਂ ਗੱਲਾਂ ਆਪਾਂ ਨੂੰ ਮਿਲੀ ਜਾਣਗੀਆਂ। ਜਿਹੜਾ ਗੰਗੂ ਸੀ ਨਾ, ਗੰਗੂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਰਸੋਈਆ ਹੈ ਹੀ ਨਹੀਂ ਸੀਗਾ। ਇਹ ਰਸੋਈਆ ਨਹੀਂ ਸੀਗਾ, ਪਰ ਇਤਿਹਾਸ ਵਿੱਚ ਲਿਖਿਆ ਗਿਆ, ਗੈਰਾਂ ਨੇ ਲਿਖਤਾ, ਇਹਨੂੰ ਨੇੜੇ ਕਰਤਾ। ਇੱਕ ਪਾਸੇ ਤਾਂ ਦੇਖੋ ਕਿੱਡਾ ਵੱਡਾ ਨੇ ਧਰੋ ਕਮਾਇਆ, ਦੂਜੇ ਪਾਸੇ ਨੂੰ ਰਸੋਈ ਚ ਵਾੜਤਾ। ਚਲੋ ਉਹ ਗੱਲ ਸਾਨੂੰ ਸਮਝਾਉਣ ਵਾਸਤੇ ਕਹਿਣੀ ਪੈਂਦੀ ਹੈ ਵੀ ਗੁਰੂ ਘਰ ਦਾ ਰਸੋਈਆ, ਪਰ ਕਿਤੇ ਵੀ ਰਸੋਈਏ ਦਾ ਪੁਆਇੰਟ ਨਹੀਂ ਮਿਲਦਾ। ਇੰਨੀ ਗੱਲ ਜ਼ਰੂਰ ਮਿਲਦੀ ਹੈ ਵੀ ਉਹ ਰਸੋਈਆ ਸੀ, ਪਰ ਕਦੋਂ ਸੀ, ਕਿੱਥੇ ਸੀ, ਕਿਵੇਂ ਸੇਵਾ ਕਰਦਾ ਸੀ, ਇਹਦਾ ਕੋਈ ਜ਼ਿਕਰ ਨਹੀਂ ਮਿਲਦਾ। ਇਸ ਕਰਕੇ ਕੁਝ ਉਹ ਗੱਲਾਂ ਹੁੰਦੀਆਂ ਨੇ ਜਿਹੜੀਆਂ ਇਤਿਹਾਸ ਦੇ ਵਿੱਚ ਨਾ ਰਲ ਗੱਡ ਕੀਤੀਆਂ ਜਾਂਦੀਆਂ ਨੇ। ਇਹ ਚਲਾਕ ਲੋਕਾਂ ਨੇ ਆਪਦੇ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਰਸੋਈ ਚ ਵਾੜਤਾ, ਆਪਦੇ ਨੂੰ। ਵੀ ਪਾਪੀ ਦਾ ਲੈਵਲ ਤਾਂ ਲੱਗ ਹੀ ਗਿਆ ਨਾ ਸਾਨੂੰ। ਅੱਜ ਵੀ ਆਪਾਂ ਕਹਿੰਦੇ ਆਂਗੇ ਵੀ ਇਹ ਗੰਗੂ ਦੀ ਔਲਾਦ ਆ ਜੀ, ਇਦਾਂ ਇਹ ਬਖਸ਼ਦੇ ਨੇ ਕਿਸੇ ਨੂੰ, ਉਹ ਲਫ਼ਜ਼ ਅੱਜ ਬੋਲਦੇ ਆ ਨਾ, ਉਹਨਾਂ ਨੇ ਸਿਹਾਰ ਲੋਕਾਂ ਨੇ ਉਹ ਰਸੋਈ ਚ ਵਾੜਤਾ, ਐਂਟਰ ਆਪਣੇ ਆਪ ਨੂੰ ਰਸੋਈ ਚ ਕਰ ਲਿਆ, ਵੀ ਕਿਤੇ ਨਾ ਕਿਤੇ ਜਾ ਕੇ ਸਾਡਾ ਨਾਤਾ ਨਾ ਗੁਰੂ ਨਾਲ ਜੁੜ ਜੇ। ਵੀ ਕੋਈ ਗੱਲ ਨਹੀਂ, ਗਲਤੀ ਤਾਂ ਹੋਈ ਜਾਂਦੀ ਆ, ਹਾਂ ਤਾਂ ਅਸੀਂ ਗੁਰੂ ਦੇ ਲੰਗਰ ਚ ਸੀਗੇ ਨਾ,
ਹੋਵੋਗੇ ਭਾਈ, ਪਰ ਇੱਥੇ ਚੇਤਾ ਰੱਖਿਓ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਆਪਾਂ ਨੂੰ ਬਹੁਤ ਸੋਹਣੇ ਢੰਗ ਨਾਲ ਸਮਝਣ ਦੀ ਲੋੜ ਆ। ਗੁਰੂ ਕਿਰਪਾ ਕਰੇ, ਇੱਥੇ ਜਿਹੜੀ ਗੱਲ ਆਪਾਂ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ੇਰ ਦੇ ਰੂਪ ਚ ਇਦਾਂ ਮੰਨਿਆ ਗਿਆ, ਉਹ ਗੱਲ ਨਹੀਂ, ਤੇ ਗੁਰੂ ਸਾਹਿਬ ਨੂੰ ਰਿਹਾ ਕੀਤਾ। ਗੁਰੂ ਪਾਤਸ਼ਾਹ ਜੀ ਅੰਮ੍ਰਿਤਸਰ ਪਹੁੰਚਦੇ ਨੇ, ਪੰਜਾਬ ਚ ਪਹੁੰਚਦੇ ਨੇ, ਥਾਂ ਥਾਂ ਤੇ ਪਹੁੰਚਦੇ ਨੇ। ਅੱਗੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਹੜੇ ਕਿਹੜੇ ਕਾਰਜ ਕਰਦੇ ਨੂੰ ਆਪਾਂ ਕੱਲ ਨੂੰ ਸੁਣਾਂਗੇ। ਸਭ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ